ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸਟੈਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਪੀਐਸਟੈਟ 2 ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀ ਜਿਨ੍ਹਾਂ ਦਾ ਕੰਬੀਨੇਸ਼ਨ ਐਸਐਸਟੀ ਹੈ ਜੀ, ਉਹਨਾਂ ਵਾਸਤੇ ਅੱਜ ਦਾ ਸਾਡਾ ਹਿਸਟਰੀ ਦਾ ਟੌਪਿਕ ਹੈ ਜੀ ਦਿੱਲੀ ਸਲਤਨਤ। ਸੋ ਇਸ ਤੋਂ ਪਹਿਲਾਂ ਵੀ ਕਾਫੀ ਜ਼ਿਆਦਾ ਟੌਪਿਕ ਜਿਹੜੇ ਨੇ ਇੱਕ ਟੌਪਿਕ ਦੀਆਂ ਵੀਡੀਓ ਵੀ ਮਿਲ ਜਾਣਗੀਆਂ ਔਰ ਕਾਫੀ ਜ਼ਿਆਦਾ ਪ੍ਰੈਕਟਿਸ ਸੈੱਟ ਔਰ ਇਸ ਤੋਂ ਇਲਾਵਾ ਚਾਈਲਡ ਡਿਵੈਲਪਮੈਂਟ ਦੀਆਂ ਵੀ ਕਾਫੀ ਵੀਡੀਓ ਅਪਲੋਡ ਨੇ, ਪੰਜਾਬੀ ਪੈਡਾਗੋਜੀ ਪੰਜਾਬੀ ਵਿਆਕਰਨ ਦੀਆਂ ਵੀਡੀਓ ਅਪਲੋਡ ਨੇ, ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ ਪੀਐਸਟੈਟ ਦੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ ਜੀ। ਔਰ ਨਵੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੀ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਸੋ ਭਾਰਤੀ ਇਤਿਹਾਸ ਦਾ ਜਿਹੜਾ ਮੈਡੀਵਲ ਪੀਰੀਅਡ ਹੈ, ਮੱਧਕਾਲ ਭਾਰਤ ਦਾ ਇਤਿਹਾਸ ਹੈ, ਉਸ ਦੇ ਵਿੱਚ ਇੱਕ ਸਮਾਂ ਅਜਿਹਾ ਆਇਆ ਜਿਸ ਦੇ ਵਿੱਚ ਵੱਖ-ਵੱਖ ਵੰਸ਼ਾਂ ਨੇ ਰਾਜ ਕੀਤਾ, ਜਿਸ ਦੇ ਵਿੱਚ ਗੁਲਾਮ ਵੰਸ਼, ਖਿਲਜੀ ਵੰਸ਼, ਤੁਗਲਕ ਵੰਸ਼, ਸੈਯਦ ਵੰਸ਼ ਅਤੇ ਲੋਧੀ ਵੰਸ਼ ਸੀ ਜੀ ਪ੍ਰਮੁੱਖ। ਔਰ ਇਹਨਾਂ ਦੇ ਨਾਲ ਰਿਲੇਟਡ ਜਿਹੜੇ ਇੰਪੋਰਟੈਂਟ MCQs ਨੇ ਆਪਾਂ ਡਿਸਕਸ ਕਰਾਂਗੇ ਜੀ। ਕੁਐਸਚਨ ਫਸਟ ਹੈ ਜੀ, ਭਾਰਤੀ ਇਤਿਹਾਸ ਵਿੱਚ ਕਿਸ ਸਮੇਂ ਨੂੰ ਦਿੱਲੀ ਸਲਤਨਤ ਦਾ ਕਾਲ ਜਿਹੜਾ ਹੈ ਕਿਹਾ ਜਾਂਦਾ ਹੈ ਜੀ। ਆਪਸ਼ਨ ਹੈ ਜੀ 1206 ਤੋਂ 1523 B ਹੈ ਜੀ, 1209 ਤੋਂ 1526 C ਹੈ ਜੀ, 1206 ਤੋਂ 1526 D ਹੈ ਜੀ, 1200 ਤੋਂ 1500 ਜੀ। ਆਨਸਰ ਆਏਗਾ ਆਪਸ਼ਨ C ਜੀ, 1206 ਤੋਂ ਲੈ ਕੇ 1526 ਈਸਵੀ। ਸੋ ਪਾਣੀਪਤ ਦੀ ਪਹਿਲੀ ਲੜਾਈ ਤੱਕ ਦਾ ਜਿਹੜਾ ਸਮਾਂ ਉਸ ਨੂੰ ਦਿੱਲੀ ਸਲਤਨਤ ਦਾ ਕਾਲ ਜਿਹੜਾ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਅਲੱਗ-ਅਲੱਗ ਵੰਸ਼ਾਂ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ, ਉਹਨਾਂ ਨੇ ਰਾਜ ਕੀਤਾ ਜੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ ਦੂਸਰਾ ਹੈ ਜੀ, ਗੁਲਾਮ ਵੰਸ਼ ਜਾਂ ਦਾਸ ਵੰਸ਼ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ। ਆਪਸ਼ਨ ਹੈ ਜੀ 1206 ਤੋਂ 1523 B ਹੈ ਜੀ, 1206 ਤੋਂ 1526। ਆਪਸ਼ਨ C ਹੈ ਜੀ 1206 ਤੋਂ 1290 D ਹੈ ਜੀ, 1206 ਤੋਂ 1325 ਜੀ। ਆਨਸਰ ਹੈ ਜੀ ਆਪਸ਼ਨ C ਜੀ, 1206 ਤੋਂ ਲੈ ਕੇ 1590 ਤੱਕ ਜਿਹੜਾ ਹੈ 1290 ਤੱਕ ਜਿਹੜਾ ਹੈ ਗੁਲਾਮ ਵੰਸ਼ ਜਾਂ ਜਿਹਨੂੰ ਦਾਸ ਵੰਸ਼ ਕਿਹਾ ਜਾਂਦਾ ਉਸਨੇ ਜਿਹੜਾ ਰਾਜ ਕੀਤਾ ਸੀ ਜੀ। ਔਰ ਗੁਲਾਮ ਵੰਸ਼ ਦਾ ਜਿਹੜਾ ਪਹਿਲਾ ਸ਼ਾਸਕ ਹੈ ਉਹ ਮੁਹੰਮਦ ਗੌਰੀ ਦੀ ਮੌਤ ਪਿੱਛੋਂ ਉਸਦਾ ਜਿਹੜਾ ਯੋਗ ਦਾਸ ਸੀ ਜੀ ਕੁਤਬੁੱਦੀਨ, ਉਹ ਭਾਰਤ ਦੇ ਮੁਸਲਿਮ ਰਾਜ ਦਾ ਜਿਹੜਾ ਸ਼ਾਸਕ ਹੈ ਉਹ ਬਣਿਆ ਸੀ। ਨੈਕਸਟ ਹੈ ਜੀ ਕੁਐਸਚਨ ਨੰਬਰ 3, ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਸੀ। ਆਪਸ਼ਨ ਹੈ ਜੀ ਇਲਤੁਤਮਿਸ਼, B ਹੈ ਜੀ ਰਜੀਆ ਸੁਲਤਾਨ, C ਹੈ ਜੀ ਕੁਤਬੁੱਦੀਨ ਐਬਕ, D ਹੈ ਜੀ ਬਲਬਨ। ਆਨਸਰ ਹੈ ਜੀ ਆਪਸ਼ਨ C, ਕੁਤਬੁੱਦੀਨ ਐਬਕ ਜਿਹੜਾ ਹੈ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਸੀ ਜੀ ਗੁਲਾਮ ਵੰਸ਼ ਦਾ, ਜਿਸ ਨੇ 1206 ਤੋਂ ਲੈ ਕੇ 1210 ਈਸਵੀ ਤੱਕ ਰਾਜ ਕੀਤਾ। ਔਰ ਉਸ ਦੀ ਜਿਹੜੀ ਮੌਤ ਹੋਈ ਸੀ ਉਹ 1210 ਈਸਵੀ ਦੇ ਵਿੱਚ ਘੋੜੇ ਤੋਂ ਡਿੱਗਣ ਕਾਰਨ ਜਿਹੜਾ ਹੈ ਚੌਗਾਨ ਕਹਿੰਦੇ ਸੀ ਜੀ ਉਸ ਸਮੇਂ, ਆਧੁਨਿਕ ਜਿਵੇਂ ਪੋਲੋ ਹੈ, ਆਧੁਨਿਕ ਪੋਲੋ ਕਿਹਾ ਜਾਂਦਾ ਉਸਨੂੰ। ਸੋ ਚੌਗਾਨ ਖੇਡਦੇ ਹੋਏ ਘੋੜੇ ਤੋਂ ਡਿੱਗ ਕੇ ਜਿਹੜੀ ਹੈ ਕੁਤਬੁੱਦੀਨ ਐਬਕ ਦੀ ਮੌਤ ਹੋਈ ਸੀ। ਕੁਐਸਚਨ ਨੰਬਰ ਅੱਗੇ 4 ਹੈ ਜੀ, ਕੁਤਬੁੱਦੀਨ ਐਬਕ ਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ। ਆਪਸ਼ਨ ਹੈ ਜੀ ਦਿੱਲੀ, B ਹੈ ਪਾਣੀਪਤ, C ਹੈ ਜੀ ਲਾਹੌਰ, D ਹੈ ਜੀ ਕੰਧਾਰ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ C ਜੀ, ਲਾਹੌਰ ਨੂੰ ਕੁਤਬੁੱਦੀਨ ਐਬਕ ਨੇ ਜਿਹੜਾ ਆਪਣੀ ਰਾਜਧਾਨੀ ਬਣਾਇਆ ਸੀ ਜੀ। ਕੁਐਸਚਨ ਨੰਬਰ ਅੱਗੇ 5 ਹੈ ਜੀ, ਦਾਸਾਂ ਦਾ ਦਾਸ ਕਿਸ ਸ਼ਾਸਕ ਨੂੰ ਕਿਹਾ ਜਾਂਦਾ ਹੈ। ਆਪਸ਼ਨ ਹੈ ਜੀ ਜਲਾਲੂਦੀਨ, B ਹੈ ਜੀ ਇਲਤੁਤਮਿਸ਼, C ਹੈ ਜੀ ਹਸਨ ਨਿਜ਼ਾਮੀ, D ਹੈ ਜੀ ਕੁਤਬੁੱਦੀਨ ਐਬਕ। ਤਾਂ ਇਸ ਕੁਐਸਚਨ ਦਾ ਆਨਸਰ ਹੈ ਜੀ ਆਪਸ਼ਨ B ਜੀ, ਇਲਤੁਤਮਿਸ਼ ਨੂੰ ਜਿਹੜਾ ਹੈ ਗੁਲਾਮਾਂ ਦਾ ਗੁਲਾਮ ਜਾਂ ਦਾਸਾਂ ਦਾ ਦਾਸ ਜਿਹੜਾ ਹੈ ਕਿਹਾ ਜਾਂਦਾ ਹੈ ਜੀ। ਇਲਤੁਤਮਿਸ਼ ਦਾ ਜਿਹੜਾ ਪੂਰਾ ਨਾਂ ਹੈ ਉਹ ਸ਼ਮਸ਼ੂਦੀਨ ਇਲਤੁਤਮਿਸ਼ ਸੀ ਜੀ, ਔਰ ਉਹ ਅਲਬਾਰੀ ਕਬੀਲੇ ਦਾ ਇੱਕ ਤੁਰਕ ਸੀ ਅਤੇ ਬਚਪਨ ਤੋਂ ਹੀ ਬਹੁਤ ਸੁੰਦਰ ਅਤੇ ਬੁੱਧੀਮਾਨ ਸੀ ਜੀ। ਉਹਦੇ ਜਿਹੜੇ ਭਰਾ ਸੀ ਉਹਦੀ ਯੋਗਤਾ ਤੋਂ ਈਰਖਾ ਕਰਦੇ ਸਨ, ਇਸ ਲਈ ਉਹਨਾਂ ਨੇ ਉਸ ਨੂੰ ਜਿਹੜਾ ਬੁਖਾਰਾ ਦੇ ਇੱਕ ਵਪਾਰੀ ਜਲਾਲੂਦੀਨ ਕੋਲ ਜਿਹੜਾ ਵੇਚ ਦਿੱਤਾ ਸੀ ਜੀ। ਔਰ ਕੁਝ ਸਮੇਂ ਬਾਅਦ ਜਿਹੜਾ ਹੈ ਜਲਾਲੂਦੀਨ ਨੇ ਉਸ ਨੂੰ ਇੱਕ ਹੋਰ ਵਪਾਰੀ ਦੇ ਹੱਥ ਵਿੱਚ ਦਿੱਤਾ, ਜਿਸ ਤੋਂ ਕੁਤਬੁੱਦੀਨ ਐਬਕ ਨੇ ਉਸ ਨੂੰ ਖਰੀਦ ਲਿਆ ਸੀ। ਔਰ ਕੁਤਬੁੱਦੀਨ ਐਬਕ ਜਿਹੜਾ ਆਪ ਮੁਹੰਮਦ ਗੌਰੀ ਦਾ ਦਾਸ ਸੀ, ਇਸ ਲਈ ਜਿਹੜਾ ਇਲਤੁਤਮਿਸ਼ ਨੂੰ ਦਾਸਾਂ ਦਾ ਦਾਸ ਜਿਹੜਾ ਕਿਹਾ ਜਾਂਦਾ ਹੈ। ਔਰ ਉਸਨੇ ਆਪਣੀ ਵੀਰਤਾ ਅਤੇ ਯੋਗਤਾ ਨਾਲ ਆਪਣੇ ਸਵਾਮੀ ਉੱਤੇ ਇੰਨਾ ਡੂੰਘਾ ਪ੍ਰਭਾਵ ਪਾਇਆ ਸੀ ਕਿ ਜਿਹੜਾ ਕੁਤਬੁੱਦੀਨ ਐਬਕ ਸੀ ਉਸਨੇ ਆਪਣੀ ਪੁੱਤਰੀ ਦਾ ਵਿਆਹ ਉਸ ਨਾਲ ਕਰ ਦਿੱਤਾ ਸੀ ਅਤੇ ਬੰਦਾਯੂ ਦਾ ਸੂਬੇਦਾਰ ਉਸ ਨੂੰ ਨਿਯੁਕਤ ਕੀਤਾ ਸੀ ਜੀ। 1210 ਦੇ ਵਿੱਚ ਕੁਤਬੁੱਦੀਨ ਦੀ ਮੌਤ ਤੋਂ ਬਾਅਦ ਜਿਹੜਾ ਉਹਦਾ ਪੁੱਤਰ ਆਰਾਮ ਸ਼ਾਹ ਗੱਦੀ 'ਤੇ ਬੈਠਾ ਸੀ, ਪਰ ਇਲਤੁਤਮਿਸ਼ ਨੇ ਕੁਝ ਸਰਦਾਰਾਂ ਦੀ ਸਹਾਇਤਾ ਨਾਲ ਆਰਾਮ ਸ਼ਾਹ ਨੂੰ ਜਿਹੜਾ ਗੱਦੀ ਤੋਂ ਉਹਦਾ ਉਤਾਰ ਕੇ ਕੈਦੀ ਬਣਾ ਲਿਆ ਸੀ ਅਤੇ ਆਪ ਸੁਲਤਾਨ ਬਣ ਗਿਆ ਸੀ। ਕੁਐਸਚਨ ਨੰਬਰ 6 ਜੀ, ਕੁਤਬੁੱਦੀਨ ਐਬਕ ਦੀ ਮੌਤ ਪਿੱਛੋਂ ਰਾਜਗੱਦੀ 'ਤੇ ਕੌਣ ਬੈਠਾ, ਆਪਾਂ ਡਿਸਕਸ ਕਰ ਰਹੇ ਲੈ ਜੀ ਆਪਸ਼ਨ C, ਆਰਾਮ ਸ਼ਾਹ ਉਸਦਾ ਪੁੱਤਰ ਜੀ। ਕੁਐਸਚਨ ਨੰਬਰ 7 ਹੈ ਜੀ, ਇਲਤੁਤਮਿਸ਼ ਕਦੋਂ ਗੱਦੀ ਉੱਤੇ ਬੈਠਾ। ਆਨਸਰ ਹੈ ਜੀ ਆਪਸ਼ਨ A 1210, B ਹੈ ਜੀ 1211, C ਹੈ ਜੀ 1212, D ਹੈ ਜੀ 1213। ਆਨਸਰ ਆਏਗਾ ਜੀ ਆਪਸ਼ਨ B
1211 ਈਸਵੀ ਦੇ ਵਿੱਚ ਗੱਦੀ ਤੇ ਬੈਠਾ ਸੀ ਜੀ ਇਲਤੁਤਮਿਸ਼, ਔਰ 1236 ਤੱਕ ਉਸਨੇ ਰਾਜ ਕੀਤਾ ਸੀ ਜੀ। ਕੁਐਸਚਨ 8 ਹੈ ਜੀ ਅੱਗੇ, ਲਾਖ ਬਖਸ਼ ਕਿਸ ਗੁਲਾਮ ਸ਼ਾਸਕ ਨੂੰ ਕਿਹਾ ਜਾਂਦਾ ਹੈ ਜੀ? ਆਪਸ਼ਨ ਹੈ ਜੀ ਬਲਬਨ, ਬੀ ਹੈ ਜੀ ਆਰਾਮ ਸ਼ਾਹ, ਸੀ ਹੈ ਜੀ ਇਲਤੁਤਮਿਸ਼, ਡੀ ਹੈ ਜੀ ਕੁਤਬੁਦੀਨ ਐਬਕ। ਆਨਸਰ ਹੈ ਜੀ ਆਪਸ਼ਨ ਡੀ, ਕੁਤਬੁਦੀਨ ਐਬਕ ਨੂੰ ਜਿਹੜਾ ਹੈ ਲਾਖ ਬਖਸ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜੀ। ਤੋ ਉਸ ਦੀ ਉਦਾਰਤਾ ਕਰਕੇ ਜਿਹੜਾ ਉਸਨੂੰ ਲਾਖ ਬਖਸ਼ ਕਿਹਾ ਜਾਂਦਾ ਸੀ। ਕੁਐਸਚਨ ਨੰਬਰ ਅੱਗੇ ਹੈ ਜੀ 9, ਕੁਤਬੁਦੀਨ ਐਬਕ ਨੇ ਆਪਣੀ ਪੁੱਤਰੀ ਦਾ ਵਿਆਹ ਕਿਸ ਨਾਲ ਕੀਤਾ? ਆਪਸ਼ਨ ਹੈ ਜੀ ਬਲਬਨ, ਬੀ ਹੈ ਜੀ ਯਾਲਦੋਜ, ਸੀ ਹੈ ਜੀ ਇਲਤੁਤਮਿਸ਼, ਡੀ ਹੈ ਜੀ ਆਰਾਮ ਸ਼ਾਹ। ਆਨਸਰ ਹੈ ਜੀ ਆਪਸ਼ਨ ਸੀ ਜੀ, ਇਲਤੁਤਮਿਸ਼ ਦੇ ਨਾਲ ਕੀਤਾ ਸੀ, ਔਰ ਆਰਾਮ ਸ਼ਾਹ ਕੁਤਬੁਦੀਨ ਐਬਕ ਦਾ ਪੁੱਤਰ ਸੀ ਜੀ। ਕੁਐਸਚਨ ਨੰਬਰ 10 ਹੈ ਜੀ, ਰਾਜ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ ਕਿਸ ਗੁਲਾਮ ਸ਼ਾਸਕ ਨੇ ਚਾਲਿਸਾ ਦੀ ਨਿਯੁਕਤੀ ਕੀਤੀ ਸੀ? ਆਪਸ਼ਨ ਹੈ ਜੀ ਰਜ਼ੀਆ ਸੁਲਤਾਨ, ਬੀ ਹੈ ਜੀ ਇਲਤੁਤਮਿਸ਼, ਸੀ ਹੈ ਜੀ ਬਲਬਨ, ਡੀ ਹੈ ਜੀ ਆਰਾਮ ਸ਼ਾਹ। ਆਨਸਰ ਹੈ ਜੀ ਆਪਸ਼ਨ ਬੀ, ਇਲਤੁਤਮਿਸ਼ ਨੇ ਜਿਹੜਾ ਹੈ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਣ ਦੇ ਲਈ ਇੱਕ 40 ਅਮੀਰਾਂ ਦੀ ਨਿਯੁਕਤੀ ਕੀਤੀ ਸੀ, ਜਿਨ੍ਹਾਂ ਨੂੰ ਚਾਲਿਸਾ ਕਿਹਾ ਜਾਂਦਾ ਸੀ ਜੀ। ਔਰ ਬਲਬਨ ਨੇ, ਯਾਦ ਰੱਖਣਾ ਇਹਦੇ ਨਾਲ ਇੰਪੋਰਟੈਂਟ ਕੁਐਸਚਨ ਹੈ, ਬਲਬਨ ਨੇ ਜਿਹੜਾ ਚਾਲਿਸਾ ਉਹ ਖਤਮ ਕੀਤੀ ਸੀ ਜੀ। ਕੁਐਸਚਨ ਨੰਬਰ 11 ਜੀ, ਰਜ਼ੀਆ ਸੁਲਤਾਨ ਕਿਸ ਦੀ ਪੁੱਤਰੀ ਸੀ? ਆਪਸ਼ਨ ਹੈ ਜੀ ਕੁਤਬੁਦੀਨ ਐਬਕ, ਬੀ ਹੈ ਜੀ ਆਰਾਮ ਸ਼ਾਹ, ਸੀ ਹੈ ਜੀ ਨਸੀਰੁਦੀਨ ਕਬਾਚਾ, ਡੀ ਹੈ ਜੀ ਇਲਤੁਤਮਿਸ਼। ਆਨਸਰ ਹੈ ਜੀ ਆਪਸ਼ਨ ਡੀ, ਇਲਤੁਤਮਿਸ਼ ਦੀ ਪੁੱਤਰੀ ਸੀ ਜੀ, ਔਰ ਦਿੱਲੀ ਦੀ ਪਹਿਲੀ ਜਿਹੜੀ ਔਰਤ ਸ਼ਾਸਕਾ ਸੀ ਜੀ ਰਜ਼ੀਆ ਸੁਲਤਾਨ, ਪਹਿਲੀ ਤੇ ਆਖਰੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 12, ਰਜ਼ੀਆ ਸੁਲਤਾਨ ਨੇ ਕਦੋਂ ਤੋਂ ਕਦੋਂ ਤੱਕ ਸ਼ਾਸਨ ਕੀਤਾ? ਆਪਸ਼ਨ ਹੈ ਜੀ 1236 ਤੋਂ 1240, ਬੀ ਹੈ ਜੀ 1240 ਤੋਂ 1350, ਸੀ ਹੈ ਜੀ 1230 ਤੋਂ 1240, ਡੀ ਹੈ ਜੀ 1236 ਤੋਂ 1245। ਇਸ ਦਾ ਆਨਸਰ ਹੈ ਜੀ ਆਪਸ਼ਨ ਏ ਜੀ, 1236 ਤੋਂ 1240 ਈਸਵੀ ਤੱਕ ਰਜ਼ੀਆ ਸੁਲਤਾਨਾ ਨੇ ਜਿਹੜਾ ਹੈ ਰਾਜ ਕੀਤਾ ਸੀ। ਇਲਤੁਤਮਿਸ਼ ਦੀ ਪੁੱਤਰੀ ਸੀ, ਔਰ ਇਲਤੁਤਮਿਸ਼ ਦੀ ਮੌਤ ਤੋਂ ਬਾਅਦ ਜਿਹੜਾ ਹੈ ਰਾਜਗੱਦੀ ਤੇ ਬੈਠੀ। ਕੁਐਸਚਨ ਨੰਬਰ 13 ਹੈ ਜੀ, ਕਿਸ ਦੀ ਮੌਤ ਪਿੱਛੋਂ ਗਿਆਸੁਦੀਨ ਬਲਬਨ ਨੇ ਆਪਣੇ ਆਪ ਨੂੰ ਸੁਲਤਾਨ ਘੋਸ਼ਿਤ ਕਰ ਦਿੱਤਾ? ਆਪਸ਼ਨ ਹੈ ਜੀ ਰਜ਼ੀਆ ਸੁਲਤਾਨ, ਬੀ ਹੈ ਜੀ ਜਲਾਲੁਦੀਨ, ਸੀ ਹੈ ਜੀ ਨਸੀਰੁਦੀਨ, ਡੀ ਹੈ ਜੀ ਕੋਈ ਨਹੀਂ। ਆਨਸਰ ਹੈ ਜੀ ਆਪਸ਼ਨ ਸੀ ਜੀ, ਜਲਾਲੁਦੀਨ ਦੀ ਮੌਤ ਤੋਂ ਬਾਅਦ ਨਸੀਰੁਦੀਨ ਦੀ ਮੌਤ ਤੋਂ ਬਾਅਦ ਜਿਹੜਾ ਹੈ 1226 ਈਸਵੀ ਦੇ ਵਿੱਚ ਗਿਆਸੁਦੀਨ ਬਲਬਨ ਨੇ ਆਪਣੇ ਆਪ ਨੂੰ ਜਿਹੜਾ ਸੁਲਤਾਨ ਘੋਸ਼ਿਤ ਕੀਤਾ ਸੀ। ਕੁਐਸਚਨ ਨੰਬਰ 14 ਜੀ, ਗਿਆਸੁਦੀਨ ਦੀ ਮੌਤ ਕਦੋਂ ਹੋਈ? ਆਪਸ਼ਨ ਹੈ ਜੀ 1288, ਬੀ ਹੈ ਜੀ 1308, ਸੀ ਹੈ ਜੀ 1286, ਡੀ ਹੈ ਜੀ 1305। ਆਨਸਰ ਹੈ ਜੀ ਆਪਸ਼ਨ ਸੀ ਜੀ, 1286 ਈਸਵੀ ਦੇ ਵਿੱਚ ਗਿਆਸੁਦੀਨ ਦੀ ਜਿਹੜੀ ਮੌਤ ਹੈ ਉਹ ਹੋਈ ਸੀ ਜੀ। ਅੱਗੇ ਜੀ ਕੁਐਸਚਨ ਨੰਬਰ 15, ਮੰਗੋਲਾਂ ਦੇ ਵਿਰੁੱਧ ਲਹੂ ਤੇ ਲੋਹੇ ਦੀ ਨੀਤੀ ਕਿਸ ਨੇ ਅਪਣਾਈ? ਆਪਸ਼ਨ ਹੈ ਜੀ ਗਿਆਸੁਦੀਨ, ਬੀ ਹੈ ਜੀ ਨਸੀਰੁਦੀਨ, ਸੀ ਹੈ ਜੀ ਜਲਾਲੁਦੀਨ, ਡੀ ਹੈ ਜੀ ਕੋਈ ਨਹੀਂ। ਤਾਂ ਇਸ ਦਾ ਜਿਹੜਾ ਆਨਸਰ ਹੈ ਜੀ ਆਪਸ਼ਨ ਇਹ ਹੈ ਜੀ ਗਿਆਸੁਦੀਨ, ਜਿਸ ਨੂੰ ਬਲਬਨ ਵੀ ਕਿਹਾ ਜਾਂਦਾ ਜੀ, ਗਿਆਸੁਦੀਨ ਬਲਬਨ ਨੇ ਮੰਗੋਲਾਂ ਦੇ ਵਿਰੁੱਧ ਜਿਹੜਾ ਲਹੂ ਤੇ ਲੋਹੇ ਦੀ ਨੀਤੀ ਜਿਹੜੀ ਅਪਣਾਈ ਸੀ ਜੀ। ਔਰ ਮੰਗੋਲ ਹਮਲਿਆਂ ਤੋਂ ਰੱਖਿਆ ਕਰਨ ਲਈ ਉਹਨੇ ਉੱਤਰ ਪੱਛਮੀ ਸੀਮਾਵਰਤੀ ਪ੍ਰਾਂਤਾਂ ਦੇ ਵਿੱਚ ਵਿਸ਼ੇਸ਼ ਸੈਨਾ ਰੱਖੀ ਸੀ, ਔਰ ਉਸਨੇ ਮੰਗੋਲਾਂ ਦੇ ਵਿਰੁੱਧ ਇੱਕ ਕਠੋਰ ਨੀਤੀ ਅਪਣਾਈ ਸੀ, ਜਿਸ ਨੂੰ ਲਹੂ ਤੇ ਲੋਹੇ ਦੀ ਨੀਤੀ ਕਿਹਾ ਜਾਂਦਾ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 16, ਖਿਲਜੀ ਵੰਸ਼ ਦਾ ਸੰਸਥਾਪਕ ਕੌਣ ਸੀ? ਆਪਸ਼ਨ ਹੈ ਜੀ ਅਲਾਉਦੀਨ ਖਿਲਜੀ, ਬੀ ਹੈ ਜਲਾਲੁਦੀਨ ਖਿਲਜੀ, ਸੀ ਹੈ ਜੀ ਨਸੀਰੁਦੀਨ ਖਿਲਜੀ, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਬੀ ਜੀ, ਜਲਾਲੁਦੀਨ ਖਿਲਜੀ ਜਿਹੜਾ ਹੈ ਖਿਲਜੀ ਵੰਸ਼ ਦਾ ਸੰਸਥਾਪਕ ਸੀ ਜੀ, ਜਿਸ ਨੇ 1290 ਤੋਂ ਲੈ ਕੇ 1296 ਈਸਵੀ ਤੱਕ ਰਾਜ ਕੀਤਾ ਜੀ। ਕੁਐਸਚਨ ਨੰਬਰ ਅੱਗੇ 17 ਜੀ, ਇੱਕ ਭਤੀਜਾ ਅਤੇ ਜਵਾਈ ਜੋ ਕਤਲ ਕਰਕੇ ਦਿੱਲੀ ਦਾ ਰਾਜਗੱਦੀ ਤੇ ਬੈਠਾ। ਆਪਸ਼ਨ ਏ ਜੀ ਨਸੀਰੁਦੀਨ ਖਿਲਜੀ, ਬੀ ਹੈ ਜੀ ਅਲਾਉਦੀਨ ਖਿਲਜੀ, ਸੀ ਹੈ ਜੀ ਮੁਹੰਮਦ ਬਿਨ ਤੁਗਲਕ, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਆਨਸਰ ਹੈ ਜੀ ਆਪਸ਼ਨ ਬੀ ਜੀ, ਅਲਾਉਦੀਨ ਖਿਲਜੀ ਜੀ। ਅਲਾਉਦੀਨ ਖਿਲਜੀ ਜਿਹੜਾ ਹੈ ਉਹ ਜਲਾਲੁਦੀਨ ਖਿਲਜੀ ਦਾ ਜਵਾਈ ਸੀ ਜੀ, ਭਤੀਜਾ ਵੀ ਸੀ, ਔਰ ਜਲਾਲੁਦੀਨ ਖਿਲਜੀ ਦਾ 1296 ਈਸਵੀ ਦੇ ਵਿੱਚ ਕਤਲ ਕਰਕੇ ਰਾਜਗੱਦੀ ਤੇ ਬੈਠਾ ਸੀ, ਔਰ 1316 ਈਸਵੀ ਤੱਕ ਉਸਨੇ ਜਿਹੜਾ ਰਾਜ ਕੀਤਾ ਸੀ ਜੀ। ਅੱਗੇ ਆ ਜੀ ਕੁਐਸਚਨ ਨੰਬਰ 18 ਜੀ, ਮੁਹੰਮਦ ਬਿਨ ਤੁਗਲਕ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ? ਆਪਸ਼ਨ ਹੈ ਜੀ 1316 ਤੋਂ ਲੈ ਕੇ 1320, ਬੀ ਹੈ ਜੀ 1320 ਤੋਂ ਲੈ ਕੇ 1414, ਆਪਸ਼ਨ ਸੀ ਹੈ ਜੀ 1325 ਤੋਂ ਲੈ ਕੇ 1351, ਡੀ ਹੈ ਜੀ 1327 ਤੋਂ ਲੈ ਕੇ 1330। ਸਹੀ ਆਨਸਰ ਹੈ ਜੀ ਆਪਸ਼ਨ ਸੀ,
1325 ਈਸਵੀ ਤੋਂ ਲੈ ਕੇ 1351 ਈਸਵੀ ਤੱਕ ਜਿਹੜਾ ਮੁਹੰਮਦ ਬਿਨ ਤੁਗਲਕ ਨੇ ਰਾਜ ਕੀਤਾ ਸੀ ਜੀ। ਅੱਗੇ ਜੀ ਕੁਐਸਚਨ ਨੰਬਰ 19, ਤੁਗਲਕ ਵੰਸ਼ ਦਾ ਸੰਸਥਾਪਕ ਸੀ। ਆਪਸ਼ਨ ਹੈ ਜੀ ਮੁਹੰਮਦ ਬਿਨ ਤੁਗਲਕ, ਸੀ ਹੈ ਜੀ ਫਿਰੋਜ਼ ਤੁਗਲਕ, ਸੀ ਹੈ ਜੀ ਤੈਮੂਰ ਤੁਗਲਕ, ਡੀ ਹੈ ਜੀ ਗਿਆਸੂਦੀਨ ਤੁਗਲਕ। ਆਨਸਰ ਹੈ ਜੀ ਆਪਸ਼ਨ ਡੀ, ਗਿਆਸੂਦੀਨ ਤੁਗਲਕ ਜਿਹੜਾ ਹੈ ਤੁਗਲਕ ਵੰਸ਼ ਦਾ ਸੰਸਥਾਪਕ ਸੀ, ਜਿਸ ਨੇ 1320 ਤੋਂ ਲੈ ਕੇ 1325 ਈਸਵੀ ਤੱਕ ਰਾਜ ਕੀਤਾ ਸੀ ਜੀ। ਕੁਐਸਚਨ ਆ ਸਕਦਾ ਗਿਆਸੂਦੀਨ ਤੁਗਲਕ ਨੇ ਤੁਗਲਕ ਵੰਸ਼ ਦੀ ਨੀਂਹ ਕਦੋਂ ਰੱਖੀ? 1320 ਦੇ ਵਿੱਚ। ਔਰ ਕੁਐਸਚਨ ਆ ਸਕਦਾ ਹੈ ਕਿ ਗਿਆਸੂਦੀਨ ਤੁਗਲਕ ਨੇ ਕਦੋਂ ਤੱਕ ਰਾਜ ਕੀਤਾ? 1325 ਤੱਕ। ਕੁਐਸਚਨ ਨੰਬਰ 20 ਹੈ ਜੀ ਤੁਗਲਕ ਵੰਸ਼ ਦਾ ਕਾਲ ਸੀ। ਆਪਸ਼ਨ ਹੈ ਜੀ 1320 ਤੋਂ ਲੈ ਕੇ 1428, ਬੀ ਹੈ ਜੀ 1325 ਤੋਂ ਲੈ ਕੇ 1425, ਸੀ ਹੈ ਜੀ 1320 ਤੋਂ ਲੈ ਕੇ 1414, ਡੀ ਹੈ ਜੀ 1342 ਤੋਂ ਲੈ ਕੇ 1425। ਆਨਸਰ ਹੈ ਜੀ ਆਪਸ਼ਨ ਸੀ, ਤੁਗਲਕ ਵੰਸ਼ ਦਾ ਜਿਹੜਾ ਸਮਾਂ ਸੀ ਉਹ 1320 ਤੋਂ ਲੈ ਕੇ 1414 ਈਸਵੀ ਤੱਕ ਸੀ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 21, ਮੁਹੰਮਦ ਤੁਗਲਕ ਨੇ ਦਿੱਲੀ ਤੋਂ ਦੇਵਗਿਰੀ ਨੂੰ ਰਾਜਧਾਨੀ ਕਦੋਂ ਬਣਾਇਆ? ਆਪਸ਼ਨ ਏ ਹੈ ਜੀ 1330, ਬੀ ਹੈ ਜੀ 1327, ਸੀ ਹੈ ਜੀ 1328, ਡੀ ਹੈ ਜੀ 1340। ਆਨਸਰ ਹੈ ਜੀ ਆਪਸ਼ਨ ਬੀ, 1327 ਈਸਵੀ ਦੇ ਵਿੱਚ ਮੁਹੰਮਦ ਤੁਗਲਕ ਨੇ ਜਿਹੜਾ ਹੈ ਦਿੱਲੀ ਤੋਂ ਦੇਵਗਿਰੀ, ਜਿਸ ਨੂੰ ਦੌਲਤਾਬਾਦ ਵੀ ਕਿਹਾ ਜਾਂਦਾ ਹੈ, ਰਾਜਧਾਨੀ ਬਣਾਇਆ ਸੀ। ਜਿਸ ਦੇ ਉਹਨੇ ਦੋ ਕਾਰਨ ਦੱਸੇ ਸੀ। ਪਹਿਲਾ ਉਹਦਾ ਵਿਸ਼ਵਾਸ ਸੀ ਕਿ ਅਜਿਹਾ ਕਰਨ ਨਾਲ ਸਾਮਰਾਜ ਦੀ ਜਿਹੜੀ ਮੁਗਲਾਂ ਦੇ ਹਮਲਿਆਂ ਤੋਂ ਰੱਖਿਆ ਕੀਤੀ ਜਾ ਸਕਦੀ ਹੈ। ਦੂਸਰਾ ਸੀ ਕਿ ਉਸਨੇ ਮਹਿਸੂਸ ਕੀਤਾ ਕਿ ਉਹ ਸਾਮਰਾਜ ਦੇ ਸ਼ਾਸਨ ਪ੍ਰਾਂਤ ਨੂੰ ਦਿੱਲੀ ਦੀ ਬਜਾਏ ਦੇਵਗਿਰੀ ਤੋਂ ਚੰਗੀ ਤਰ੍ਹਾਂ ਚਲਾ ਸਕੇਗਾ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 22, ਮੁਹੰਮਦ ਬਿਨ ਤੁਗਲਕ ਨੇ ਕਾਂਸੇ ਦੇ ਸਿੱਕੇ ਕਦੋਂ ਚਲਾਏ? ਆਪਸ਼ਨ ਹੈ ਜੀ 1340, ਬੀ ਹੈ ਜੀ 1330, ਸੀ ਹੈ ਜੀ 1332, ਡੀ ਹੈ ਜੀ 1335। ਆਨਸਰ ਹੈ ਜੀ ਆਪਸ਼ਨ ਬੀ, 1330 ਦੇ ਵਿੱਚ ਜਿਹੜਾ ਹੈ ਮੁਹੰਮਦ ਬਿਨ ਤੁਗਲਕ ਨੇ ਸੰਕੇਤਕ ਕਰੰਸੀ ਵੀ ਇਸ ਨੂੰ ਕਿਹਾ ਜਾਂਦਾ ਜਿਹੜੀ ਚਲਾਈ ਸੀ ਜੀ। ਔਰ ਮੁਹੰਮਦ ਬਿਨ ਤੁਗਲਕ ਨੇ ਕਾਂਸੇ ਦੇ ਸਿੱਕੇ ਜਾਰੀ ਕੀਤੇ ਸਨ ਜੀ। ਔਰ ਇਸ ਸਮੇਂ ਦੇ ਦੌਰਾਨ ਸੰਸਾਰ ਵਿੱਚ ਚਾਂਦੀ ਦੀ ਕਮੀ ਸੀ, ਇਸ ਲਈ ਮੁਹੰਮਦ ਬਿਨ ਤੁਗਲਕ ਨੇ ਚਾਂਦੀ ਦੇ ਟਕੇ ਦੀ ਥਾਂ ਕਾਂਸੇ ਦੇ ਸਿੱਕੇ ਜਾਰੀ ਕੀਤੇ। ਉਹਨਾਂ ਦੀ ਕੀਮਤ ਚਾਂਦੀ ਦੇ ਸਿੱਕਿਆਂ ਦੇ ਬਰਾਬਰ ਸੀ, ਪਰੰਤੂ ਉਹਦੀ ਜਿਹੜੀ ਇਹ ਯੋਜਨਾ ਵੀ ਅਸਫਲ ਰਹੀ, ਕਿਉਂਕਿ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਨਕਲੀ ਸਿੱਕੇ ਬਣਾ ਲਏ। ਇਸ ਨਾਲ ਜਿਹੜਾ ਵਪਾਰ ਵਿੱਚ ਬਹੁਤ ਕਮੀ ਹੋਈ। ਇਸ ਕਰਕੇ ਮੁਹੰਮਦ ਬਿਨ ਤੁਗਲਕ ਨੇ ਕਾਂਸੇ ਦੇ ਸਿੱਕੇ ਵਾਪਸ ਲੈ ਕੇ ਉਸ ਦੇ ਬਦਲੇ ਦੁਬਾਰਾ ਫਿਰ ਚਾਂਦੀ ਦੇ ਸਿੱਕੇ ਦਿੱਤੇ। ਲੋਕਾਂ ਨੇ ਵੱਡੀ ਮਾਤਰਾ ਵਿੱਚ ਕਾਂਸੇ ਦੇ ਨਕਲੀ ਸਿੱਕੇ ਬਣਾ ਲਏ ਅਤੇ ਬਦਲੇ ਵਿੱਚ ਸਰਕਾਰ ਪਾਸੋਂ ਚਾਂਦੀ ਦੇ ਸਿੱਕੇ ਪ੍ਰਾਪਤ ਕਰ ਲਏ, ਜਿਸ ਕਰਕੇ ਰਾਜ ਦਾ ਜਿਹੜਾ ਖਜ਼ਾਨਾ ਉਹ ਖਾਲੀ ਹੋ ਗਿਆ। ਕੁਐਸਚਨ ਨੰਬਰ 23 ਜੀ, ਫਿਰੋਜ਼ ਤੁਗਲਕ ਦਾ ਸ਼ਾਸਨ ਕਾਲ ਦੱਸੋ। ਆਪਸ਼ਨ ਏ ਹੈ ਜੀ 1358 ਤੋਂ 1388, ਬੀ ਹੈ ਜੀ 1351 ਤੋਂ 1388, ਸੀ ਹੈ ਜੀ 1353 ਤੋਂ 1390, ਡੀ ਹੈ ਜੀ 1340 ਤੋਂ 1375। ਤਾਂ ਇਹਦਾ ਆਨਸਰ ਹੈ ਜੀ ਆਪਸ਼ਨ ਬੀ ਜੀ 1351 ਈਸਵੀ ਤੋਂ ਲੈ ਕੇ 1388 ਈਸਵੀ ਤੱਕ ਜਿਹੜਾ ਫਿਰੋਜ਼ ਤੁਗਲਕ ਜਿਹੜਾ ਮੁਹੰਮਦ ਤੁਗਲਕ ਦੀ ਮੌਤ ਤੋਂ ਬਾਅਦ ਸ਼ਾਸਕ ਬਣਿਆ ਸੀ, ਉਸਨੇ ਸ਼ਾਸਨ ਕੀਤਾ ਜੀ। ਅੱਗੇ ਜੀ ਔਰ ਇਸ ਦੇ ਨਾਲ ਹੀ ਦੱਸ ਦਈਏ ਕਿ ਮੁਸਲਮਾਨ ਫਿਰੋਜ਼ ਸ਼ਾਹ ਨੂੰ ਇੱਕ ਜਿਹੜਾ ਆਦਰਸ਼ ਸ਼ਾਸਕ ਮੰਨਦੇ ਸਨ। ਉਹਨੇ ਲੋਕਾਂ ਦੀ ਭਲਾਈ ਲਈ ਬਹੁਤ ਯੋਜਨਾਵਾਂ ਲਾਗੂ ਕੀਤੀਆਂ, ਜਿਵੇਂ ਨਹਿਰਾਂ, ਤਲਾਬ, ਖੂਹ, ਹਸਪਤਾਲ ਬਣਵਾਏ, ਇੱਦਾਂ ਦੇ ਕੰਮ ਜਿਹੜੇ ਉਸਨੇ ਕੀਤੇ ਸੀ। ਕੁਐਸਚਨ ਨੰਬਰ ਅੱਗੇ 24 ਹੈ ਜੀ, ਤੈਮੂਰ ਨੇ ਭਾਰਤ 'ਤੇ ਹਮਲਾ ਕਦੋਂ ਕੀਤਾ? ਆਪਸ਼ਨ ਹੈ ਜੀ 1399, ਬੀ ਹੈ ਜੀ 1398, ਸੀ ਹੈ ਜੀ 1388, ਡੀ ਹੈ ਜੀ 1390। ਆਨਸਰ ਹੈ ਜੀ ਆਪਸ਼ਨ ਬੀ ਜੀ 1398 ਈਸਵੀ ਦੇ ਵਿੱਚ ਜਿਹੜਾ ਹੈ ਤੈਮੂਰ ਨੇ ਭਾਰਤ 'ਤੇ ਹਮਲਾ ਕੀਤਾ ਸੀ, ਔਰ ਉਹ ਮੱਧ ਏਸ਼ੀਆ ਦੇ ਬਲਖ ਦਾ ਸ਼ਾਸਕ ਸੀ ਜੀ। ਕੁਐਸਚਨ ਨੰਬਰ 25 ਹੈ ਜੀ, ਦਿੱਲੀ ਛੱਡਣ ਤੋਂ ਪਹਿਲਾਂ ਤੈਮੂਰ ਨੇ ਕਿਸ ਨੂੰ ਲਾਹੌਰ ਦਾ ਸ਼ਾਸਕ ਗਵਰਨਰ ਨਿਯੁਕਤ ਕੀਤਾ ਜੀ? ਆਪਸ਼ਨ ਹੈ ਜੀ ਆਲਮ ਸ਼ਾਹ, ਬੀ ਹੈ ਜੀ ਬਹਿਲੋਲ ਲੋਧੀ, ਸੀ ਹੈ ਜੀ ਖਿਜਰ ਖਾਂ, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਜਿਹੜਾ ਆਨਸਰ ਹੈ ਜੀ ਆਪਸ਼ਨ ਸੀ ਜੀ ਖਿਜਰ ਖਾਂ। ਖਿਜਰ ਖਾਂ ਨੂੰ ਜਿਹੜਾ ਹੈ ਤੈਮੂਰ ਨੇ ਜਿਹੜਾ ਦਿੱਲੀ ਛੱਡਣ ਤੋਂ ਪਹਿਲਾਂ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਸੀ ਜੀ। ਕੁਐਸਚਨ ਨੰਬਰ 26 ਹੈ ਜੀ, ਖਿਜਰ ਖਾਂ ਨੇ ਕਦੋਂ ਦਿੱਲੀ ਨੂੰ ਜਿੱਤ ਕੇ ਸੈਯਦ ਵੰਸ਼ ਦੀ ਨੀਂਹ ਰੱਖੀ? ਆਪਸ਼ਨ ਹੈ ਜੀ 1399, ਬੀ ਹੈ ਜੀ 1405, ਸੀ ਹੈ ਆਪਸ਼ਨ ਜੀ 1414, ਡੀ ਹੈ ਜੀ 1451। ਆਨਸਰ ਹੈ ਜੀ ਆਪਸ਼ਨ ਸੀ 1414 ਈਸਵੀ ਦੇ ਵਿੱਚ ਖਿਜਰ ਖਾਂ ਨੇ ਜਿਹੜਾ ਹੈ ਦਿੱਲੀ ਨੂੰ ਜਿੱਤ ਲਿਆ ਸੀ ਜੀ, ਔਰ 1414 ਤੋਂ ਲੈ ਕੇ 1451 ਤੱਕ ਜਿਹੜਾ ਹੈ ਸੈਯਦ ਵੰਸ਼ ਨੇ ਸ਼ਾਸਨ ਜਿਹੜਾ ਕੀਤਾ ਸੀ। ਅੱਗੇ ਜੀ ਕੁਐਸਚਨ ਨੰਬਰ 27, ਸੈਯਦ ਵੰਸ਼ ਦਾ ਆਖਰੀ ਸ਼ਾਸਕ ਸੀ। ਆਪਸ਼ਨ ਹੈ ਜੀ ਮੁਬਾਰਕ ਸ਼ਾਹ, ਬੀ ਹੈ ਜੀ ਅਲਾਉਦੀਨ ਆਲਮ ਸ਼ਾਹ, ਸੀ ਹੈ ਜੀ ਸ਼ਾਹ ਆਲਮ, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਆਨਸਰ ਹੈ ਜੀ ਆਪਸ਼ਨ ਬੀ
ਅਲਾਉਦੀਨ ਆਲਮ ਸ਼ਾਹ ਜਿਹੜਾ ਹੈ ਸੈਯਦ ਵੰਸ਼ ਦਾ ਆਖਰੀ ਸ਼ਾਸਕ ਸੀ ਜੋ ਬਹਿਲੋਲ ਲੋਧੀ ਤੋਂ ਹਾਰ ਗਿਆ ਸੀ ਜੀ। ਬਹਿਲੋਲ ਲੋਧੀ ਜਿਹੜਾ ਉਸ ਸਮੇਂ ਲਾਹੌਰ ਦਾ ਗਵਰਨਰ ਸੀ ਜੀ। ਕੁਐਸਚਨ ਨੰਬਰ 28 ਹੈ ਜੀ, ਲੋਧੀ ਵੰਸ਼ ਦੇ ਸੰਸਥਾਪਕ ਬਹਿਲੋਲ ਲੋਧੀ ਦੀ ਮੌਤ ਕਦੋਂ ਹੋਈ? ਆਪਸ਼ਨ ਹੈ ਜੀ 1480, ਬੀ ਹੈ ਜੀ 1485, ਸੀ ਹੈ ਜੀ 1488, ਡੀ ਹੈ ਜੀ 1490। ਆਨਸਰ ਹੈ ਜੀ ਆਪਸ਼ਨ ਸੀ 1488 ਈਸਵੀ ਦੇ ਵਿੱਚ ਬਹਿਲੋਲ ਲੋਧੀ ਦੀ ਮੌਤ ਹੋ ਗਈ ਸੀ। ਔਰ ਜੇਕਰ ਪੁੱਛਿਆ ਜਾਏ ਕਿ ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ ਤਾਂ ਉਹ ਸੀ ਜੀ ਬਹਿਲੋਲ ਲੋਧੀ ਜੀ। ਕੁਐਸਚਨ ਨੰਬਰ 29 ਹੈ ਜੀ, ਬਹਿਲੋਲ ਲੋਧੀ ਦੀ ਪੁੱਤਰ ਦਾ ਨਾਂ ਸੀ। ਆਪਸ਼ਨ ਹੈ ਜੀ ਸਿਕੰਦਰ ਲੋਧੀ, ਬੀ ਹੈ ਜੀ ਦੌਲਤ ਖਾਂ ਲੋਧੀ, ਸੀ ਹੈ ਜੀ ਇਬਰਾਹਿਮ ਲੋਧੀ, ਡੀ ਹੈ ਜੀ ਉਪਰੋਕਤ ਸਾਰੇ। ਆਨਸਰ ਆਏਗਾ ਜੀ ਆਪਸ਼ਨ ਏ ਜੀ ਸਿਕੰਦਰ ਲੋਧੀ। ਸੋ ਲੋਧੀ ਵੰਸ਼ ਦਾ ਜਿਹੜਾ ਸੰਸਥਾਪਕ ਸੀ ਉਹ ਸੀ ਜੀ ਬਹਿਲੋਲ ਲੋਧੀ ਔਰ ਉਸ ਦਾ ਪੁੱਤਰ ਸੀ ਸਿਕੰਦਰ ਲੋਧੀ ਔਰ ਸਿਕੰਦਰ ਲੋਧੀ ਦਾ ਜਿਹੜਾ ਪੁੱਤਰ ਸੀ ਉਹ ਇਬਰਾਹਿਮ ਲੋਧੀ ਸੀ। ਔਰ ਉਸਨੇ ਜਿਹੜਾ ਸਿਕੰਦਰ ਲੋਧੀ ਨੇ ਸ਼ਾਸਨ ਕੀਤਾ ਸੀ 1488 ਤੋਂ ਲੈ ਕੇ 1517 ਈਸਵੀ ਤੱਕ ਕੀਤਾ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 30, ਇਬਰਾਹਿਮ ਲੋਧੀ ਨੂੰ ਕਿਸ ਨੇ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਹਰਾਇਆ? ਆਪਸ਼ਨ ਹੈ ਜੀ ਹਮਾਯੂ, ਬੀ ਹੈ ਬਾਬਰ, ਸੀ ਹੈ ਅਕਬਰ, ਡੀ ਹੈ ਜੀ ਜਹਾਂਗੀਰ। ਆਨਸਰ ਹੈ ਜੀ ਆਪਸ਼ਨ ਬੀ 1526 ਈਸਵੀ ਦੇ ਵਿੱਚ ਜਿਹੜਾ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾਇਆ ਸੀ ਜੀ। ਔਰ ਇਬਰਾਹਿਮ ਦਿੱਲੀ ਸਲਤਨਤ ਦਾ ਜਿਹੜਾ ਇੱਕੋ ਇੱਕ ਸ਼ਾਸਕ ਸੀ ਇਬਰਾਹਿਮ ਲੋਧੀ, ਜਿਸ ਦੀ ਮੌਤ ਜਿਹੜੀ ਯੁੱਧ ਲੜਦੇ ਹੋਏ ਹੋਈ ਸੀ। ਔਰ ਇੱਥੇ ਜਿਹੜਾ ਹੈ ਇੱਕ ਵੰਸ਼ ਦਾ ਅੰਤ ਹੋਇਆ ਸੀ, ਲੋਧੀ ਵੰਸ਼ ਦਾ ਅੰਤ ਹੋਇਆ ਸੀ ਔਰ ਮੁਗਲ ਵੰਸ਼ ਦੀ ਜਿਹੜੀ ਨੀਂਹ ਹੈ ਉਹ ਰੱਖੀ ਗਈ ਸੀ। ਕੁਐਸਚਨ ਨੰਬਰ 31 ਹੈ ਜੀ, ਦਿੱਲੀ ਸਲਤਨਤ ਦੌਰਾਨ ਰਾਜ ਦਾ ਸਭ ਤੋਂ ਮਹੱਤਵਪੂਰਨ ਮੰਤਰੀ ਸੀ। ਆਪਸ਼ਨ ਹੈ ਜੀ ਵਜ਼ੀਰ, ਬੀ ਹੈ ਜੀ ਪ੍ਰਧਾਨ ਮੰਤਰੀ, ਸੀ ਹੈ ਜੀ ਵਿੱਤ ਮੰਤਰੀ, ਡੀ ਹੈ ਜੀ ਮਹਾ ਮੰਤਰੀ। ਆਨਸਰ ਹੈ ਜੀ ਆਪਸ਼ਨ ਏ ਸਭ ਤੋਂ ਮਹੱਤਵਪੂਰਨ ਜਿਹੜਾ ਮੰਤਰੀ ਸੀ ਉਹ ਸੀ ਜੀ ਵਜ਼ੀਰ ਜੀ। ਆਪਸ਼ਨ ਏ ਜੀ। ਔਰ ਵਜ਼ੀਰ ਜਿਹੜਾ ਉਹ ਪ੍ਰਧਾਨ ਮੰਤਰੀ ਦੇ ਸਮਾਨ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 32, ਦਿੱਲੀ ਸਲਤਨਤ ਦੌਰਾਨ ਧਾਰਮਿਕ ਮਾਮਲਿਆਂ ਅਤੇ ਸਿੱਖਿਆ ਦੇ ਮੰਤਰੀ ਨੂੰ ਕਿਹਾ ਜਾਂਦਾ ਸੀ। ਆਪਸ਼ਨ ਹੈ ਜੀ ਆਰਜੇ ਮਮਾਲਿਕ, ਬੀ ਹੈ ਜੀ ਦੀਵਾਨ ਇੰਸਾ, ਸੀ ਹੈ ਜੀ ਦੀਵਾਨ ਰਿਸਾਲਤ, ਡੀ ਹੈ ਜੀ ਸਦਰ ਏ ਸਦੂਰ ਜੀ। ਆਨਸਰ ਹੈ ਜੀ ਆਪਸ਼ਨ ਡੀ ਸਦਰ ਏ ਸਦੂਰ ਕਿਹਾ ਜਾਂਦਾ ਸੀ ਧਾਰਮਿਕ ਮਾਮਲਿਆਂ ਦੇ ਅਤੇ ਸਿੱਖਿਆ ਦਾ ਜਿਹੜਾ ਮੰਤਰੀ ਸੀ ਉਸ ਨੂੰ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 33, ਦਿੱਲੀ ਸਲਤਨਤ ਦੌਰਾਨ ਪ੍ਰਾਂਤਕ ਸ਼ਾਸਨ ਚਲਾਉਣ ਲਈ ਜੋ ਗਵਰਨਰ ਨਿਯੁਕਤ ਕੀਤੇ ਗਏ ਉਹਨਾਂ ਨੂੰ ਕਿਹਾ ਜਾਂਦਾ ਸੀ। ਆਪਸ਼ਨ ਹੈ ਜੀ ਸੂਬੇਦਾਰ, ਬੀ ਹੈ ਮੁਕਤੀ, ਸੀ ਹੈ ਜੀ ਵਲੀ, ਡੀ ਹੈ ਜੀ ਉਪਰੋਕਤ ਸਾਰੇ। ਆਨਸਰ ਹੈ ਜੀ ਆਪਸ਼ਨ ਡੀ ਉਪਰੋਕਤ ਸਾਰੇ। ਸੋ ਪ੍ਰਾਂਤਾਂ ਦਾ ਜਿਹੜਾ ਸ਼ਾਸਨ ਚਲਾਉਂਦੇ ਸੀ ਉਹਨਾਂ ਨੂੰ ਸੂਬੇਦਾਰ, ਮੁਕਤੀ ਜਾਂ ਵਲੀ ਕਿਹਾ ਜਾਂਦਾ ਸੀ ਔਰ ਪਰਗਨੇ ਦਾ ਜਿਹੜਾ ਸ਼ਾਸਨ ਚਲਾਉਂਦਾ ਸੀ ਉਹਨੂੰ ਆਮਿਲ ਔਰ ਪਿੰਡ ਦੇ ਮੁਖੀ ਨੂੰ ਜਿਹੜਾ ਹੈ ਉਹ ਕਿਹਾ ਜਾਂਦਾ ਸੀ ਜੀ ਮੁਕੱਦਮ। ਕੁਐਸਚਨ ਨੰਬਰ 34 ਹੈ ਜੀ, ਰਜ਼ੀਆ ਸੁਲਤਾਨ ਦੇ ਪ੍ਰੇਮੀ ਦਾ ਕੀ ਨਾਂ ਸੀ? ਆਪਸ਼ਨ ਹੈ ਜੀ ਜਲਾਲੁਦੀਨ ਯਾਕੂਤ, ਬੀ ਹੈ ਜੀ ਮਲਕ ਅਲਤੁਨੀਆ, ਸੀ ਹੈ ਜੀ ਮਰਾਜੁਦੀਨ, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਆਨਸਰ ਹੈ ਜੀ ਆਪਸ਼ਨ ਏ ਜਲਾਲੁਦੀਨ ਯਾਕੂਤ ਜੀ। ਕੁਐਸਚਨ ਨੰਬਰ 35 ਹੈ ਜੀ, ਰਾਜਾ ਧਰਤੀ ਤੇ ਈਸ਼ਵਰ ਦਾ ਪ੍ਰਤੀਨਿਧ ਹੁੰਦਾ ਹੈ, ਇਹ ਵਿਚਾਰ ਕਿਸ ਦੇ ਸਨ? ਆਪਸ਼ਨ ਹੈ ਜੀ ਇਲਤੁਤਮਿਸ਼, ਬੀ ਹੈ ਬਲਬਨ, ਸੀ ਹੈ ਜੀ ਜਲਾਲੁਦੀਨ, ਡੀ ਹੈ ਜੀ ਸਿਕੰਦਰ ਲੋਧੀ। ਆਨਸਰ ਆਏਗਾ ਜੀ ਆਪਸ਼ਨ ਬੀ ਬਲਬਨ ਦੇ ਵਿਚਾਰ ਸੀ ਜੀ ਕਿ ਰਾਜਾ ਜਿਹੜਾ ਉਹ ਈਸ਼ਵਰ ਦਾ ਪ੍ਰਤੀਨਿਧ ਹੈ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 36, ਬਹੁਤ ਇੰਪੋਰਟੈਂਟ ਹੈ, ਸੈਨਿਕਾਂ ਦੇ ਹੁਲੀਏ ਲਿਖਣ ਅਤੇ ਘੋੜਿਆਂ ਨੂੰ ਦਾਗਣ ਦੀ ਪ੍ਰਥਾ ਕਿਸ ਨੇ ਸ਼ੁਰੂ ਕੀਤੀ? ਆਪਸ਼ਨ ਹੈ ਜੀ ਗਿਆਸੁਦੀਨ, ਬੀ ਹੈ ਜੀ ਅਲਾਉਦੀਨ ਖਿਲਜੀ, ਡੀ ਹੈ ਜੀ ਜਲਾਲੁਦੀਨ ਖਿਲਜੀ, ਡੀ ਹੈ ਜੀ ਕੋਈ ਨਹੀਂ। ਆਨਸਰ ਬੀ ਸਹੀ ਹੈ ਜੀ। ਅਲਾਉਦੀਨ ਖਿਲਜੀ ਨੇ ਪਹਿਲੀ ਵਾਰ ਜਿਹੜਾ ਹੈ ਨਗਦ ਤਨਖਾਹ ਦੇਣ ਦੀ ਔਰ ਸੈਨਿਕਾਂ ਦੇ ਹੁਲੀਏ ਲਿਖਣ ਅਤੇ ਘੋੜਿਆਂ ਨੂੰ ਦਾਗਣ ਦੀ ਜਿਹੜੀ ਪ੍ਰਥਾ ਉਹ ਸ਼ੁਰੂ ਕੀਤੀ ਸੀ ਜੀ। ਕੁਐਸਚਨ ਨੰਬਰ 37 ਜੀ, ਸਿਕੰਦਰ ਲੋਧੀ ਨੇ ਆਗਰਾ ਨਗਰ ਕਦੋਂ ਵਸਾਇਆ? ਆਪਸ਼ਨ ਹੈ ਜੀ 1502, ਬੀ ਹੈ ਜੀ 1504, ਸੀ ਹੈ ਜੀ ਆਪਸ਼ਨ 1505, ਡੀ ਹੈ ਜੀ 1506। ਸਹੀ ਆਨਸਰ ਹੈ ਜੀ ਆਪਸ਼ਨ ਬੀ 1504 ਈਸਵੀ ਦੇ ਵਿੱਚ ਸਿਕੰਦਰ ਲੋਧੀ ਨੇ ਆਗਰਾ ਨਗਰ ਵਸਾਇਆ ਸੀ। ਕੁਐਸਚਨ ਆ ਸਕਦਾ ਕਿ ਆਗਰਾ ਨਗਰ ਕਿਸ ਨੇ ਵਸਾਇਆ ਸੀ? ਤਾਂ ਸਿਕੰਦਰ ਲੋਧੀ ਨੇ ਜੀ। ਕੁਐਸਚਨ ਨੰਬਰ 38 ਹੈ ਜੀ, ਸਿਜਦਾ ਅਤੇ ਪਾਬੋਸ ਪ੍ਰਥਾਵਾਂ ਕਿਸ ਨੇ ਸ਼ੁਰੂ ਕੀਤੀਆਂ? ਆਪਸ਼ਨ ਹੈ ਜੀ ਅਲਾਉਦੀਨ ਖਿਲਜੀ, ਬੀ ਹੈ ਜੀ ਗਿਆਸੁਦੀਨ ਬਲਬਨ, ਸੀ ਹੈ ਜੀ ਇਲਤੁਤਮਿਸ਼, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਆਨਸਰ ਹੈ ਜੀ ਆਪਸ਼ਨ ਬੀ ਗਿਆਸੁਦੀਨ ਬਲਬਨ ਨੇ ਜਿਹੜਾ ਹੈ ਸਿਜਦਾ ਤੇ ਪਾਬੋਸ ਪ੍ਰਥਾਵਾਂ ਨੇ ਜਿਹੜੀਆਂ ਉਹ ਸ਼ੁਰੂ ਕੀਤੀਆਂ ਸਨ। ਸਿਜਦਾ ਕੀ ਹੁੰਦਾ ਸੀ ਜੀ? ਸਿਜਦਾ ਹੁੰਦਾ ਸੀ ਭੂਮੀ 'ਤੇ ਲੇਟ ਕੇ ਜਿਹੜਾ ਹੈ ਅਭਿਵਾਦਨ ਕਹਿ ਸਕਦਾ ਹਾਂ ਸੁਲਤਾਨ ਦਾ ਜਿਹੜਾ ਹੈ ਅਭਿਵਾਦਨ ਕਰਨਾ ਜਾਂ ਮਤਲਬ ਕਿ ਉਹਦਾ ਜਿਹੜਾ ਹੈ ਨਮਸਕਾਰ ਕਰਨੀ ਇੱਕ ਤਰ੍ਹਾਂ ਦੀ ਉਸਨੂੰ। ਦੂਸਰਾ ਹੈ ਪਾਬੋਸ। ਪਾਬੋਸ ਜਿਵੇਂ ਕਿ ਪਾ ਹਿੰਦੀ 'ਚ ਹੁੰਦਾ ਹੈ
ਸ਼ਬ ਆਪਾਂ ਕਹਿੰਦੇ ਪੈਰ ਨੂੰ ਕਹਿ ਸਕਦੇ ਹਾਂ, ਪ ਤੋਂ ਪੈਰ ਲੈ ਸਕਦੇ ਹਾਂ, ਪਾਬੋਸ ਸੁਲਤਾਨ ਦੇ ਚਰਨਾਂ ਨੂੰ ਪੈਰਾਂ ਨੂੰ ਜਿਹੜਾ ਹੈ ਚੁੰਮਣਾ। ਸੋ ਇਹ ਜਿਹੜੀ ਰੀਤ ਹੈ ਉਹ ਸਿਜਦਾ ਤੇ ਪਾਬੋਸ ਦੀ ਉਹ ਗਿਆਸੂਦੀਨ ਬਲਬਨ ਨੇ ਸ਼ੁਰੂ ਕੀਤੀ ਸੀ ਜੀ। ਕੁਐਸਚਨ ਨੰਬਰ ਅੱਗੇ 29 ਹੈ ਜੀ, ਸਿਕੰਦਰ ਏ ਸਾਨੀ ਦੀ ਉਪਾਧੀ ਕਿਸ ਨੇ ਗ੍ਰਹਿਣ ਕੀਤੀ? ਆਪਸ਼ਨ ਹੈ ਜੀ ਗਿਆਸੂਦੀਨ ਤੁਗਲਕ, ਬੀ ਹੈ ਜੀ ਜਲਾਲੂਦੀਨ ਖਿਲਜੀ, ਸੀ ਹੈ ਇਬਰਾਹਿਮ ਲੋਧੀ, ਡੀ ਹੈ ਜੀ ਸਿਕੰਦਰ ਲੋਧੀ, ਡੀ ਹੈ ਜੀ ਈ ਆਪਸ਼ਨ ਹੈ ਜੀ ਅਲਾਉਦੀਨ ਖਿਲਜੀ। ਆਪਸ਼ਨ ਹੈ ਜੀ ਈ ਅਲਾਉਦੀਨ ਖਿਲਜੀ ਨੇ ਜਿਹੜੀ ਸਿਕੰਦਰ ਏ ਸਾਨੀ ਦੀ ਉਪਾਧੀ ਜਿਹੜੀ ਗ੍ਰਹਿਣ ਉਹ ਕੀਤੀ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 40, 2.5 ਦਿਨ ਦਾ ਝੌਂਪੜਾ ਦਾ ਨਿਰਮਾਣ ਕਿਸ ਨੇ ਕਰਵਾਇਆ? ਆਪਸ਼ਨ ਹੈ ਜੀ ਰਜੀਆ ਸੁਲਤਾਨ, ਬੀ ਹੈ ਗਿਆਸੂਦੀਨ, ਸੀ ਹੈ ਜੀ ਕੁਤਬੁੱਦੀਨ ਐਬਕ, ਡੀ ਹੈ ਜੀ ਨਸੀਰੁਦੀਨ ਮਹਿਮੂਦ। ਆਨਸਰ ਹੈ ਜੀ ਆਪਸ਼ਨ ਸੀ ਜੀ ਕੁਤਬੁੱਦੀਨ ਐਬਕ ਨੇ ਨਿਰਮਾਣ ਕਰਾਇਆ ਸੀ ਜੀ ਕੁਤਬ ਮੀਨਾਰ ਦਾ ਅਤੇ 2.5 ਦਿਨ ਝੌਂਪੜਾ ਦਾ, ਔਰ ਅਜਮੇਰ ਦੇ ਵਿੱਚ ਹੈ ਜੀ 2.5 ਦਿਨ ਕਾ ਝੌਂਪੜਾ ਮਸਜਿਦ ਹੈ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 41, ਇਕਤਾ ਵਿਵਸਥਾ ਕਿਸ ਨੇ ਆਰੰਭ ਕੀਤੀ? ਆਪਸ਼ਨ ਹੈ ਜੀ ਰਜੀਆ, ਬੀ ਹੈ ਜੀ ਸਿਕੰਦਰ ਲੋਧੀ, ਸੀ ਹੈ ਜੀ ਇਲਤੁਤਮਿਸ਼, ਡੀ ਹੈ ਜੀ ਕੁਤਬੁੱਦੀਨ ਐਬਕ। ਆਨਸਰ ਹੈ ਜੀ ਆਪਸ਼ਨ ਸੀ ਇਲਤੁਤਮਿਸ਼ ਨੇ ਜਿਹੜੀ ਹੈ ਪ੍ਰਥਾ ਸ਼ੁਰੂ ਕੀਤੀ ਸੀ ਜੀ ਇਕਤਾ ਵਿਵਸਥਾ। ਔਰ ਇਕਤਾ ਦਾ ਜਿਹੜਾ ਸ਼ਬਦੀ ਅਰਥ ਹੈ ਹਿੱਸਾ ਜਾਂ ਟੁਕੜਾ। ਕੁਝ ਨਿਸ਼ਚਿਤ ਪ੍ਰਦੇਸ਼ਾਂ ਦੀ ਭੂਮੀ ਜਾਂ ਭੂਮੀਕਰ ਤੋਂ ਹੈ, ਮਤਲਬ ਇਕਤਾ ਦਾ ਮਤਲਬ ਸੁਲਤਾਨ ਵੱਲੋਂ ਜਿਹੜਾ ਕਿਸੇ ਸਰਦਾਰ ਨੂੰ ਜਾਂ ਸੈਨਿਕ ਅਧਿਕਾਰੀ ਨੂੰ ਕੋਈ ਟੁਕੜਾ ਜਿਹੜਾ ਹਿੱਸਾ ਭੂਮੀ ਦਾ ਟੁਕੜਾ ਜਾਂ ਹਿੱਸਾ ਜਿਹੜਾ ਸੌਂਪ ਦਿੱਤਾ ਜਾਂਦਾ ਸੀ, ਔਰ ਅਜਿਹੇ ਸਰਦਾਰ ਜਾਂ ਸੈਨਿਕ ਜਿਹਨੂੰ ਹਿੱਸਾ ਦਿੱਤਾ ਜਾਂਦਾ ਸੀ ਉਹਨੂੰ ਇਕਤਾਦਾਰ ਕਿਹਾ ਜਾਂਦਾ ਸੀ। ਔਰ ਇਕਤਾਦਾਰ ਜਿਹੜਾ ਹੈ ਭੂਮੀਕਰ ਇਕੱਠਾ ਕਰਦਾ ਸੀ ਅਤੇ ਸੁਲਤਾਨ ਦੇ ਲਈ ਸੈਨਿਕ ਤਿਆਰ ਜਿਹੜਾ ਹੈ ਕਰਦਾ ਸੀ ਜੀ। ਔਰ ਵੱਡੇ ਵੱਡੇ ਜਿਹੜੇ ਇਕਤਾਦਾਰ ਸੀ ਪ੍ਰਸ਼ਾਸਨਿਕ ਕਾਰਜ ਵੀ ਕਰਦੇ ਸਨ ਅਤੇ ਆਪਣੇ ਇਲਾਕੇ ਦੇ ਵਿੱਚ ਜਿਹੜਾ ਸ਼ਾਂਤੀ ਅਤੇ ਵਿਵਸਥਾ ਸਥਾਪਿਤ ਕਰਦੇ ਸਨ ਜੀ। ਕੁਐਸਚਨ ਨੰਬਰ 42 ਹੈ ਜੀ, ਸੁਲਤਾਨ ਬਣਨ ਤੋਂ ਪਹਿਲਾਂ ਬੁਲੰਦ ਸ਼ਹਿਰ ਦਾ ਇਕਤਾਦਾਰ ਸੀ? ਆਪਸ਼ਨ ਹੈ ਜੀ ਅਲਾਉਦੀਨ ਖਿਲਜੀ, ਬੀ ਹੈ ਜੀ ਮੁਹੰਮਦ ਬਿਨ ਤੁਗਲਕ, ਸੀ ਹੈ ਜੀ ਫਿਰੋਜ਼ ਤੁਗਲਕ, ਡੀ ਹੈ ਜੀ ਜਲਾਲੂਦੀਨ ਫਿਰੋਜ਼। ਆਨਸਰ ਹੈ ਜੀ ਆਪਸ਼ਨ ਡੀ ਜਲਾਲੂਦੀਨ ਫਿਰੋਜ਼ ਤੁਗਲਕ ਜਿਹੜਾ ਹੈ ਉਹ ਸੁਲਤਾਨ ਬਣਨ ਤੋਂ ਪਹਿਲਾਂ, ਜਿਵੇਂ ਆਪਾਂ ਗੱਲ ਕਰਕੇ ਹਟੇ ਕਿ ਇੱਕ ਕਿਸੇ ਸਰਦਾਰ ਨੂੰ ਭੂਮੀ ਦਾ ਟੁਕੜਾ ਦਿੱਤਾ ਜਾਂਦਾ ਸੀ ਔਰ ਜਿਹਨੂੰ ਉਹ ਭੂਮੀ ਦੇ ਟੁਕੜੇ ਨੂੰ ਇਕਤਾ ਔਰ ਇੱਕ ਜਿਹੜਾ ਉਹ ਭੂਮੀ ਦਾ ਟੁਕੜਾ ਲੈਂਦਾ ਸੀ ਉਹਨੂੰ ਇਕਤਾਦਾਰ ਕਿਹਾ ਜਾਂਦਾ ਸੀ। ਔਰ ਜਲਾਲੂਦੀਨ ਜਿਹੜਾ ਫਿਰੋਜ਼ ਤੁਗਲਕ ਸੀ ਉਹ ਵੀ ਜਿਹੜਾ ਹੈ ਸੁਲਤਾਨ ਬਣਨ ਤੋਂ ਪਹਿਲਾਂ ਬੁਲੰਦ ਸ਼ਹਿਰ ਦਾ ਇਕਤਾਦਾਰ ਸੀ ਔਰ 1290 ਦੇ ਵਿੱਚ ਉਹ ਸੁਲਤਾਨ ਬਣਿਆ ਸੀ। ਕੁਐਸਚਨ ਨੰਬਰ 43 ਜੀ, ਮੁਹੰਮਦ ਬਿਨ ਤੁਗਲਕ ਨੇ ਕਦੋਂ ਇਬਨ ਬਤੂਤਾ ਚੀਨ ਦੇ ਦਰਬਾਰ ਵਿੱਚ ਆਪਣਾ ਰਾਜਦੂਤ ਬਣਾ ਕੇ ਭੇਜਿਆ? ਆਪਸ਼ਨ ਹੈ ਜੀ 1341, ਬੀ ਹੈ ਜੀ 1342, ਸੀ ਹੈ ਜੀ 1343, ਡੀ ਹੈ ਜੀ 1344। ਆਨਸਰ ਹੈ ਜੀ ਆਪਸ਼ਨ ਬੀ 1342 ਦੇ ਵਿੱਚ ਜਿਹੜਾ ਹੈ ਮੁਹੰਮਦ ਬਿਨ ਤੁਗਲਕ ਨੇ ਇਬਨ ਬਤੂਤਾ ਨੂੰ ਚੀਨ ਦੇ ਦਰਬਾਰ ਦੇ ਵਿੱਚ ਆਪਣਾ ਰਾਜਦੂਤ ਬਣਾ ਕੇ ਭੇਜਿਆ ਸੀ। ਕੁਐਸਚਨ ਆ ਸਕਦਾ ਕਿ ਮੁਹੰਮਦ ਬਿਨ ਤੁਗਲਕ ਨੇ ਕਿਸ ਨੂੰ ਆਪਣਾ ਜਿਹੜਾ ਹੈ ਰਾਜਦੂਤ ਬਣਾ ਕੇ ਚੀਨ ਦੇ ਦਰਬਾਰ ਵਿੱਚ ਭੇਜਿਆ? ਆਨਸਰ ਹੋਊਗਾ ਇਬਨ ਬਤੂਤਾ। ਸੋ ਇੱਕ ਇੱਕ ਕੁਐਸਚਨ ਨੂੰ ਜੇ ਧਿਆਨ ਨਾਲ ਕਰੋਗੇ ਇੱਕ ਤਾਂ ਕਈ ਕੁਐਸਚਨ ਜਿਹੜੇ ਨਾਲ ਹੋਰ ਰਿਲੇਟਡ ਜਿਹੜੇ ਨੇ ਉਹ ਹੋ ਜਾਂਦੇ ਨੇ। ਇਬਨ ਬਤੂਤਾ ਨੇ ਇੱਕ ਜਿਹੜੀ ਰਹੇਲ ਨਾਮਕ ਪੁਸਤਕ ਵੀ ਲਿਖੀ ਸੀ ਜਿਸ ਤੋਂ ਜਿਹੜਾ ਹੈ ਇਹਦੇ ਪ੍ਰਸ਼ਾਸਨ ਬਾਰੇ ਜਾਣਕਾਰੀ ਵੀ ਸਾਨੂੰ ਮਿਲਦੀ ਮੁਹੰਮਦ ਬਿਨ ਤੁਗਲਕ ਦੇ। ਅਗਲਾ ਜੀ ਕੁਐਸਚਨ ਨੰਬਰ 44, ਜੀਤਲ ਅਤੇ ਟੰਕਾ ਸਿੱਕੇ ਕਿਸ ਨੇ ਚਲਾਏ? ਆਪਸ਼ਨ ਹੈ ਜੀ ਮੁਹੰਮਦ ਬਿਨ ਤੁਗਲਕ, ਬੀ ਹੈ ਜੀ ਕੁਤਬੁੱਦੀਨ ਐਬਕ, ਸੀ ਹੈ ਰਜੀਆ ਸੁਲਤਾਨ, ਡੀ ਹੈ ਜੀ ਇਲਤੁਤਮਿਸ਼। ਆਨਸਰ ਆਏਗਾ ਜੀ ਆਪਸ਼ਨ ਡੀ ਇਲਤੁਤਮਿਸ਼ ਨੇ ਚਲਾਏ ਸੀ ਜੀ। ਜੀਤਲ ਤਾਂਬੇ ਦੇ ਸਿੱਕੇ ਨੂੰ ਔਰ ਟੰਕਾ ਜਿਹੜਾ ਹੈ ਚਾਂਦੀ ਦੇ ਸਿੱਕੇ ਨੂੰ ਕਿਹਾ ਜਾਂਦਾ ਸੀ। ਆਪਾਂ ਜਿਵੇਂ ਪਿਛਲੀ ਜਿਹੜਾ ਮੌਕ ਟੈਸਟ ਸੀ ਉਹਦੇ 'ਚ ਵੀ ਕੁਐਸਚਨ ਪਾਇਆ ਸੀ ਕਿ ਜੀਤਲ ਔਰ ਟੰਕਾ ਕਰਮਵਾਰ ਕਾਹਦੇ ਸਿੱਕੇ ਸੀ, ਤਾਂ ਆਨਸਰ ਹੋਣਾ ਸੀ ਉਹਦਾ ਜੀਤਲ ਤਾਂਬੇ ਦੇ, ਟੰਕਾ ਚਾਂਦੀ ਦਾ ਸਿੱਕਾ ਸੀ। ਕੁਐਸਚਨ ਨੰਬਰ ਅੱਗੇ 45 ਜੀ, ਹਜ਼ਾਰਾਂ ਖੰਭਿਆਂ ਦਾ ਮਹਿਲ ਅਤੇ ਅਲਾਈ ਦਰਵਾਜ਼ੇ ਦਾ ਨਿਰਮਾਣ ਕਰਵਾਇਆ? ਆਪਸ਼ਨ ਹੈ ਜੀ ਜਲਾਲੂਦੀਨ ਖਿਲਜੀ, ਬੀ ਹੈ ਅਲਾਉਦੀਨ ਖਿਲਜੀ, ਸੀ ਹੈ ਜੀ ਫਿਰੋਜ਼ ਤੁਗਲਕ, ਡੀ ਹੈ ਜੀ ਕੋਈ ਨਹੀਂ। ਆਨਸਰ ਹੈ ਜੀ ਆਪਸ਼ਨ ਬੀ ਅਲਾਉਦੀਨ ਖਿਲਜੀ ਨੇ ਜਿਹੜਾ ਨਿਰਮਾਣ ਕਰਾਇਆ ਸੀ ਜੀ ਹਜ਼ਾਰਾਂ ਖੰਭਿਆਂ ਦਾ ਮਹਿਲ ਅਤੇ ਅਲਾਈ ਦਰਵਾਜ਼ੇ ਦਾ ਜੀ। ਕੁਐਸਚਨ ਨੰਬਰ 46 ਜੀ, ਦਿੱਲੀ ਸਲਤਨਤ ਦੀ ਰਾਜ ਭਾਸ਼ਾ ਕਿਹੜੀ ਸੀ? ਆਪਸ਼ਨ ਹੈ ਜੀ ਉਰਦੂ, ਬੀ ਹੈ ਫਾਰਸੀ, ਸੀ ਹੈ ਜੀ ਤੁਰਕੀ, ਡੀ ਹੈ ਜੀ ਹਿੰਦੀ। ਆਨਸਰ ਹੈ ਜੀ ਆਪਸ਼ਨ ਬੀ ਦਿੱਲੀ ਸਲਤਨਤ ਦੀ ਜਿਹੜੀ ਰਾਜ ਭਾਸ਼ਾ ਉਹ ਫਾਰਸੀ ਸੀ ਜੀ। ਕੁਐਸਚਨ ਨੰਬਰ 47 ਜੀ, ਕਿਹੜਾ ਮੁਸਲਿਮ ਸ਼ਾਸਕ ਨਵਾਂ ਧਰਮ ਚਲਾਉਣਾ ਚਾਹੁੰਦਾ ਸੀ ਪਰ ਉਲਮਾ ਨੇ ਵਿਰੋਧ ਕੀਤਾ? ਆਪਸ਼ਨ ਹੈ ਜੀ ਅਕਬਰ, ਬੀ ਹੈ ਜੀ ਬਲਬਨ, ਸੀ ਹੈ ਮੁਹੰਮਦ ਬਿਨ ਤੁਗਲਕ, ਡੀ ਹੈ ਜੀ ਅਲਾਉਦੀਨ ਖਿਲਜੀ। ਆਨਸਰ ਹੈ ਜੀ ਆਪਸ਼ਨ ਡੀ ਅਲਾਉਦੀਨ ਖਿਲਜੀ। ਕੁਐਸਚਨ ਨੰਬਰ 48 ਹੈ ਜੀ, ਖਵਾਜਾ ਨਿਜ਼ਾਮੂਦੀਨ ਔਲੀਆ ਦੀ ਦਰਗਾਹ ਤੇ ਮਸਜਿਦ ਕਿਸ ਨੇ ਬਣਵਾਈ? ਆਪਸ਼ਨ ਹੈ ਜੀ ਅਲਾਉਦੀਨ ਖਿਲਜੀ, ਬੀ ਹੈ ਮੁਹੰਮਦ ਬਿਨ ਤੁਗਲਕ, ਸੀ ਹੈ ਜੀ ਸਿਕੰਦਰ ਲੋਧੀ, ਡੀ ਹੈ ਜੀ ਇਬਰਾਹਿਮ ਲੋਧੀ।
ਆਨਸਰ ਹੈ ਜੀ ਆਪਸ਼ਨ ਬੀ ਮੁਹੰਮਦ ਬਿਨ ਤੁਗਲਕ, ਜਿਸ ਨੂੰ ਜਿਹੜਾ ਪੜ੍ਹਿਆ ਲਿਖਿਆ ਮੂਰਖ ਰਾਜਾ ਵੀ ਕਿਹਾ ਜਾਂਦਾ। 3 ਕੰਮ ਕੀਤੇ ਸੀ ਜੀ ਉਸਨੇ, ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ, ਜਿਹੜੇ ਅਸਫਲ ਰਹੇ ਸੀ ਜੀ। ਕੁਐਸਚਨ ਨੰਬਰ ਹੈ ਜੀ 49, ਸੈਨਾਪਤੀਆਂ ਦਾ ਸੈਨਾਪਤੀ ਕਿਸ ਨੂੰ ਕਿਹਾ ਜਾਂਦਾ ਹੈ? ਆਪਸ਼ਨ ਏ ਜੀ ਅਕਬਰ, ਬੀ ਹੈ ਜੀ ਕੁਤਬੁੱਦੀਨ ਐਬਕ, ਸੀ ਹੈ ਜੀ ਅਲਾਉਦੀਨ ਖਿਲਜੀ, ਡੀ ਹੈ ਜੀ ਮੁਹੰਮਦ ਬਿਨ ਤੁਗਲਕ। ਆਨਸਰ ਹੈ ਜੀ ਆਪਸ਼ਨ ਸੀ ਅਲਾਉਦੀਨ ਖਿਲਜੀ ਨੂੰ ਜਿਹੜਾ ਹੈ ਸੈਨਾਪਤੀਆਂ ਦਾ ਸੈਨਾਪਤੀ ਕਿਹਾ ਜਾਂਦਾ ਹੈ। ਅੱਗੇ ਜੀ ਕੁਐਸਚਨ ਨੰਬਰ 50, ਖਲੀਫਾ ਤੋਂ ਰਾਜ ਅਧਿਕਾਰ ਦੀ ਮਾਨਤਾ ਪ੍ਰਾਪਤ ਕਰਨ ਵਾਲਾ ਦਾਸ ਸ਼ਾਸਕ ਸੀ। ਆਪਸ਼ਨ ਏ ਜੀ ਕੁਤਬੁੱਦੀਨ ਐਬਕ, ਬੀ ਹੈ ਜੀ ਇਲਤੁਤਮਿਸ਼, ਸੀ ਹੈ ਜੀ ਆਰਾਮ ਸ਼ਾਹ, ਡੀ ਹੈ ਜੀ ਬਲਬਨ। ਆਨਸਰ ਹੈ ਜੀ ਆਪਸ਼ਨ ਬੀ ਇਲਤੁਤਮਿਸ਼। ਸੋ 1229 ਈਸਵੀ ਵਿੱਚ ਖੁਦ ਨੂੰ ਜਿਹੜਾ ਹੈ ਖਲੀਫਾ ਘੋਸ਼ਿਤ ਕੀਤਾ ਸੀ ਇਲਤੁਤਮਿਸ਼ ਨੇ, ਔਰ ਖਲੀਫਾ ਤੋਂ ਰਾਜ ਅਧਿਕਾਰ ਦੀ ਮਾਨਤਾ ਜਿਹੜੀ ਪ੍ਰਾਪਤ ਉਹ ਕੀਤੀ ਸੀ ਜੀ। ਕੁਐਸਚਨ ਨੰਬਰ 51 ਜੀ, ਕਿਹੜੇ ਮੁਸਲਿਮ ਸ਼ਾਸਕ ਨੇ ਸਭ ਤੋਂ ਪਹਿਲਾਂ ਆਮਦਨੀ ਬਿਊਰਾ ਤਿਆਰ ਕਰਵਾਇਆ? ਆਪਸ਼ਨ ਹੈ ਜੀ ਮੁਹੰਮਦ ਬਿਨ ਤੁਗਲਕ, ਬੀ ਹੈ ਜੀ ਕੁਤਬੁੱਦੀਨ ਐਬਕ, ਸੀ ਹੈ ਜੀ ਫਿਰੋਜ਼ ਤੁਗਲਕ, ਡੀ ਹੈ ਜੀ ਅਕਬਰ। ਆਨਸਰ ਹੈ ਜੀ ਆਪਸ਼ਨ ਸੀ ਫਿਰੋਜ਼ ਤੁਗਲਕ ਨੇ ਜੀ ਸਭ ਤੋਂ ਪਹਿਲਾਂ ਜਿਹੜਾ ਹੈ ਆਮਦਨੀ ਬਿਊਰਾ ਤਿਆਰ ਕਰਵਾਇਆ ਸੀ, ਔਰ ਬ੍ਰਾਹਮਣਾਂ 'ਤੇ ਜਜ਼ੀਆ ਕਰ ਲਾਉਣ ਵਾਲਾ ਪਹਿਲਾ ਸ਼ਾਸਕ ਸੀ ਜੀ। ਸੋ ਜਜ਼ੀਆ ਇੱਕ ਧਾਰਮਿਕ ਕਰ ਸੀ ਜੀ, ਜੋ ਬ੍ਰਾਹਮਣਾਂ 'ਤੇ ਨਹੀਂ ਸੀ ਲਾਇਆ ਜਾਂਦਾ, ਪਰ ਫਿਰੋਜ਼ ਤੁਗਲਕ ਨੇ ਜਿਹੜਾ ਹੈ ਬ੍ਰਾਹਮਣਾਂ 'ਤੇ ਵੀ ਜਜ਼ੀਆ ਕਰ ਲਗਾਇਆ ਸੀ। ਕੁਐਸਚਨ ਨੰਬਰ 52 ਜੀ, ਦਿੱਲੀ ਸਲਤਨਤ ਦੌਰਾਨ ਕਿਹੜਾ ਰਾਜ ਸੁਤੰਤਰ ਰਿਹਾ? ਆਪਸ਼ਨ ਹੈ ਜੀ ਪੰਜਾਬ, ਬੀ ਹੈ ਕਸ਼ਮੀਰ, ਸੀ ਹੈ ਜੀ ਰਾਜਪੂਤਾਨਾ, ਡੀ ਹੈ ਜੀ ਕੋਈ ਨਹੀਂ। ਆਨਸਰ ਹੈ ਜੀ ਆਪਸ਼ਨ ਬੀ ਕਸ਼ਮੀਰ ਜਿਹੜਾ ਹੈ ਦਿੱਲੀ ਸਲਤਨਤ ਦੌਰਾਨ ਜਿਹੜਾ ਹੈ ਸੁਤੰਤਰ ਰਾਜ ਰਿਹਾ, ਪਰ 1588 ਦੇ ਵਿੱਚ ਅਕਬਰ ਮੁਗਲ ਸੁਲਤਾਨ ਸੀ ਜਿਹੜਾ ਉਸਨੇ ਮੁਗਲ ਸਾਮਰਾਜ ਦੇ ਵਿੱਚ ਉਸ ਨੂੰ ਸ਼ਾਮਲ ਕੀਤਾ ਸੀ। ਕੁਐਸਚਨ ਨੰਬਰ 53 ਜੀ, ਬਿਸਵਾ ਨਾਮਕ ਭੂਮੀ ਦੇ ਮਾਪ ਦੀ ਇਕਾਈ ਦੀ ਸ਼ੁਰੂਆਤ ਜਿਹੜੀ ਹੈ ਕਿਸ ਦੇ ਸਮੇਂ ਹੋਈ? ਆਪਸ਼ਨ ਏ ਜੀ ਮੁਹੰਮਦ ਗੌਰੀ, ਬੀ ਹੈ ਫਿਰੋਜ਼ ਸ਼ਾਹ ਤੁਗਲਕ, ਸੀ ਹੈ ਜੀ ਬਲਬਨ, ਡੀ ਹੈ ਜੀ ਅਲਾਉਦੀਨ ਖਿਲਜੀ। ਆਨਸਰ ਆਏਗਾ ਆਪਸ਼ਨ ਡੀ ਜੀ ਅਲਾਉਦੀਨ ਖਿਲਜੀ ਦੇ ਸਮੇਂ ਜਿਹੜਾ ਹੈ ਬਿਸਵਾ ਨਾਮਕ ਭੂਮੀ ਦੇ ਮਾਪ ਦੀ ਇਕਾਈ ਜਿਹੜੀ ਹੈ ਉਹਦੀ ਸ਼ੁਰੂਆਤ ਹੋਈ ਸੀ। ਕੁਐਸਚਨ ਨੰਬਰ 54 ਜੀ, 3 ਤਰ੍ਹਾਂ ਦੇ ਬਾਜ਼ਾਰ ਸਾਈਨਾ ਇਹ ਮੰਡੀ ਖਾਦ ਵਸਤੂਆਂ, ਸਰਾਏ ਅਦਲ ਜੜੀ ਬੂਟੀਆਂ ਦਾ, ਅਤੇ ਪਸ਼ੂ ਅਤੇ ਦਾਸ ਬਾਜ਼ਾਰ ਜਿਹੜਾ ਕਿਸ ਨੇ ਸਥਾਪਿਤ ਕੀਤੇ? ਆਪਸ਼ਨ ਹੈ ਜੀ ਮੁਹੰਮਦ ਗੌਰੀ, ਬੀ ਹੈ ਜੀ ਫਿਰੋਜ਼ ਤੁਗਲਕ, ਸੀ ਹੈ ਜੀ ਬਲਬਨ, ਡੀ ਹੈ ਜੀ ਅਲਾਉਦੀਨ ਖਿਲਜੀ। ਆਨਸਰ ਆਏਗਾ ਜੀ ਆਪਸ਼ਨ ਡੀ ਅਲਾਉਦੀਨ ਖਿਲਜੀ। ਸੋ ਬਾਜ਼ਾਰੀ ਕੀਮਤਾਂ ਜਿਹੜੀਆਂ ਉਸਨੇ ਨਿਸ਼ਚਿਤ ਕੀਤੀਆਂ ਸੀ, ਬਾਜ਼ਾਰ 'ਤੇ ਨਿਯੰਤਰਣ ਵੀ ਜਿਹੜਾ ਹੈ ਅਲਾਉਦੀਨ ਖਿਲਜੀ ਨੇ ਕੀਤਾ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 55, ਹਿੰਦੂਆਂ ਨਾਲ ਹੋਲੀ ਖੇਡਣ ਵਾਲਾ ਪਹਿਲਾ ਮੁਸਲਿਮ ਸ਼ਾਸਕ ਸੀ। ਆਪਸ਼ਨ ਹੈ ਜੀ ਮੁਹੰਮਦ ਬਿਨ ਤੁਗਲਕ, ਸੀ ਬੀ ਹੈ ਜੀ ਅਲਾਉਦੀਨ ਖਿਲਜੀ, ਸੀ ਹੈ ਜੀ ਬਲਬਨ, ਡੀ ਹੈ ਜੀ ਫਿਰੋਜ਼ ਤੁਗਲਕ। ਆਨਸਰ ਹੈ ਜੀ ਆਪਸ਼ਨ ਏ ਮੁਹੰਮਦ ਬਿਨ ਤੁਗਲਕ ਜੀ। ਅਕਾਲ ਸਹਾਇਤਾ ਲਾਗੂ ਕੀਤੀ ਸੀ ਜੀ, ਯਾਨੀ ਕਿ ਜਿਵੇਂ ਕਿਤੇ ਅਕਾਲ ਵਗੈਰਾ ਪੈ ਜਾਂਦਾ, ਅਕਾਲ ਪੈ ਜਾਂਦਾ ਕਿਸੇ ਤਰ੍ਹਾਂ ਦਾ ਸੋਕਾ ਹੜ੍ਹ ਵਗੈਰਾ ਨਾਲ, ਉਹਦੇ ਲਈ ਇਹਨੇ ਅਕਾਲ ਸਹਾਇਤਾ ਬਣਾਈ ਸੀ, ਔਰ ਖਵਾਜਾ ਮੁਇਨੁੱਦੀਨ ਦੀ ਦਰਗਾਹ ਬਣਾਈ ਸੀ, ਔਰ ਦਿੱਲੀ ਸਲਤਨਤ ਨੂੰ ਦੱਖਣੀ ਭਾਰਤ ਤੋਂ ਅਲੱਗ ਕਰਨ ਵਾਲਾ ਸ਼ਾਸਕ ਵੀ ਜਿਹੜਾ ਹੈ ਮੁਹੰਮਦ ਬਿਨ ਤੁਗਲਕ ਸੀ, ਔਰ ਸਭ ਤੋਂ ਵੱਧ ਜਿਹੜਾ ਵਿਸਥਾਰ ਕੀਤਾ ਸੀ ਉਹ ਵੀ ਮੁਹੰਮਦ ਬਿਨ ਤੁਗਲਕ ਨੇ ਕੀਤਾ ਸੀ। ਕੁਐਸਚਨ ਨੰਬਰ 56 ਜੀ, ਕਿਹੜੇ ਮੁਸਲਿਮ ਸ਼ਾਸਕ ਦੇ ਮਕਬਰੇ ਦੀਆਂ ਦੀਵਾਰਾਂ ਮਿਸਰ ਦੇ ਪਿਰਾਮਿਡ ਦੇ ਵਾਂਗੂ ਜਿਹੜਾ ਅੰਦਰ ਨੂੰ ਝੁਕੀਆਂ ਹੋਈਆਂ ਹਨ? ਆਪਸ਼ਨ ਹੈ ਜੀ ਬਾਬਰ, ਬੀ ਹੈ ਜੀ ਗਿਆਸੁਦੀਨ ਤੁਗਲਕ, ਸੀ ਹੈ ਕੁਤਬੁੱਦੀਨ ਐਬਕ, ਡੀ ਹੈ ਜੀ ਜਹਾਂਗੀਰ। ਸਹੀ ਜਿਹੜਾ ਆਨਸਰ ਹੈ ਜੀ ਆਪਸ਼ਨ ਬੀ ਹੈ ਜੀ ਗਿਆਸੁਦੀਨ ਤੁਗਲਕ ਜੀ। ਕੁਐਸਚਨ ਨੰਬਰ ਅੱਗੇ 57 ਜੀ, ਕਿਸ ਨੇ ਸਰਦਾਰਾਂ ਤੋਂ ਜਗੀਰਾਂ ਖੋਹ ਕੇ ਉਹਨਾਂ ਨੂੰ ਸ਼ਕਤੀਹੀਨ ਕਰ ਦਿੱਤਾ ਸੀ ਜੀ? ਆਪਸ਼ਨ ਹੈ ਜੀ ਸ਼ੇਰਸ਼ਾਹ ਸੂਰੀ, ਬੀ ਹੈ ਔਰੰਗਜ਼ੇਬ, ਸੀ ਹੈ ਜੀ ਅਲਾਉਦੀਨ ਖਿਲਜੀ, ਡੀ ਹੈ ਜੀ ਫਿਰੋਜ਼ ਤੁਗਲਕ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ ਅਲਾਉਦੀਨ ਖਿਲਜੀ ਨੇ ਜਿਹੜਾ ਹੈ ਸਰਦਾਰਾਂ ਤੋਂ ਜਗੀਰਾਂ ਖੋਹ ਕੇ ਉਹਨਾਂ ਨੂੰ ਸ਼ਕਤੀਹੀਨ ਕਰ ਦਿੱਤਾ ਸੀ ਜੀ। ਸੋ ਉਹਨਾਂ ਦੇ ਕੋਲ ਜਿਹੜੀਆਂ ਜਾਇਦਾਦਾਂ ਸੀ ਉਹਨਾਂ ਦੇ ਨਾਮ ਸੀ ਮਿਲਖ ਜੀ, ਜਿਹੜੀ ਸਰਦਾਰਾਂ ਨੂੰ ਪੂਰਵਜਾਂ ਤੋਂ ਮਿਲੀ ਸੀ, ਇਨਾਮ ਦੇ ਤੌਰ 'ਤੇ ਜਿਹੜੀ ਹੈ ਭੇਟ ਵਜੋਂ ਮਿਲੀ ਸੀ, ਇਨਾਮ ਵਕਫ, ਇਹ ਜਿਹੜੀਆਂ ਇੱਦਾਂ ਦੀਆਂ ਉਹਨਾਂ ਨੂੰ ਜਗੀਰਾਂ ਮਿਲੀਆਂ ਸੀ ਉਹਨਾਂ ਦੇ ਕੋਲ ਸੀ। ਔਰ ਇਸ ਤੋਂ ਇਲਾਵਾ ਸੀ ਜੀ ਅਰਦਾਰਤ, ਅਰਦਾਰਤ ਜਿਹੜੀ ਹੈ ਪੈਨਸ਼ਨ ਦੇ ਤੌਰ 'ਤੇ ਜ਼ਮੀਨਾਂ ਦਿੱਤੀਆਂ ਹੋਈਆਂ ਸੀ ਸਰਦਾਰਾਂ ਨੂੰ, ਉਹਨਾਂ ਤੋਂ ਜਿਹੜਾ ਹੈ ਅਲਾਉਦੀਨ ਖਿਲਜੀ ਨੇ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਸ਼ਕਤੀਹੀਨ ਕੀਤਾ ਸੀ। ਕੁਐਸਚਨ ਨੰਬਰ 58 ਜੀ, ਅਲਾਉਦੀਨ ਖਿਲਜੀ ਬਾਜ਼ਾਰਾਂ ਤੱਕ ਅਨਾਜ ਪੂਰਤੀ ਲਈ ਕਿਸ ਦੀ ਵਰਤੋਂ ਕਰਦਾ ਸੀ? ਆਪਸ਼ਨ ਹੈ ਜੀ ਟਾਂਡਾ, ਬੀ ਹੈ ਜੀ ਖੇਲ, ਸੀ ਹੈ ਬੰਜਾਰੇ, ਡੀ ਹੈ ਜੀ ਰੱਥਕਾਰ। ਸਹੀ ਆਨਸਰ ਹੈ ਜੀ ਆਪਸ਼ਨ ਸੀ ਬੰਜਾਰਿਆਂ ਦੀ ਵਰਤੋਂ ਕੀਤੀ ਜੀ ਅਲਾਉਦੀਨ ਖਿਲਜੀ ਨੇ ਬਾਜ਼ਾਰਾਂ ਤੱਕ ਅਨਾਜ ਪੂਰਤੀ ਦੇ ਜਿਹੜਾ ਅਨਾਜ ਪੂਰਤੀ ਕਰਨ ਦੇ ਲਈ, ਔਰ ਬਾਜ਼ਾਰਾਂ ਦੇ ਜਿਹੜੇ ਕਾਰਵੇ ਸੀ ਉਹਨਾਂ ਨੂੰ ਟਾਂਡਾ ਕਿਹਾ ਜਾਂਦਾ ਸੀ, ਔਰ
ਬੰਜਾਰੇ ਜਿਹੜੇ ਨੇ ਖਾਨਾ ਬਦੋਸ਼ ਘੁਮੱਕੜ ਜਾਤੀ ਸੀ। ਕੁਐਸਚਨ ਨੰਬਰ 59 ਹੈ ਜੀ, ਦਿੱਲੀ ਵਿੱਚ ਮਦਰਸਾਏ ਮੁਅੱਜ਼ਜ਼ ਨਾਮਕ ਮਦਰਸੇ ਦੀ ਸਥਾਪਨਾ ਕਿਸ ਨੇ ਕੀਤੀ? ਆਪਸ਼ਨ ਏ ਜੀ ਕੁਤਬੁੱਦੀਨ ਐਬਕ, ਬੀ ਹੈ ਜੀ ਇਲਤੁਤਮਿਸ਼, ਸੀ ਹੈ ਜੀ ਸ਼ੇਰ ਸ਼ਾਹ ਸੂਰੀ, ਡੀ ਹੈ ਜੀ ਬਲਬਨ। ਸਹੀ ਆਨਸਰ ਹੈ ਜੀ ਆਪਸ਼ਨ ਬੀ, ਇਲਤੁਤਮਿਸ਼ ਨੇ ਜਿਹੜੀ ਹੈ ਦਿੱਲੀ ਦੇ ਵਿੱਚ ਮਦਰਸਾਏ ਮੁਅੱਜ਼ਜ਼ ਦੀ ਜਿਹੜੀ ਸਥਾਪਨਾ ਕੀਤੀ ਸੀ। ਕੁਐਸਚਨ ਨੰਬਰ 60 ਹੈ ਜੀ, ਅਲਾਉਦੀਨ ਖਿਲਜੀ ਸਮੇਂ ਪਹਿਲਾ ਮੰਗੋਲ ਹਮਲਾ ਕਿਹੜਾ ਸੀ? ਆਪਸ਼ਨ ਏ ਜੀ ਕਾਦਰ ਦਾ ਹਮਲਾ, ਬੀ ਹੈ ਜੀ ਸਲਦੀ ਦਾ ਹਮਲਾ, ਸੀ ਹੈ ਜੀ ਕੁਤਲੁਗ ਖਵਾਜਾ ਹਮਲਾ, ਡੀ ਹੈ ਜੀ ਤਰਗੀ ਦਾ ਹਮਲਾ। ਸੋ ਮੰਗੋਲਾਂ ਨੇ ਹਮਲੇ ਕੀਤੇ ਸੀ ਜੀ ਇਹ ਸਾਰੇ, ਔਰ ਅਲਾਉਦੀਨ ਖਿਲਜੀ ਦੇ ਸਮੇਂ ਜਿਹੜਾ ਪਹਿਲਾ ਹਮਲਾ ਹੋਇਆ ਸੀ ਆਪਸ਼ਨ ਏ ਹੈ ਜੀ ਕਾਦਰ ਦਾ ਹਮਲਾ ਸੀ, ਜੋ 1297 ਦੇ ਵਿੱਚ ਹੋਇਆ। ਉਸ ਤੋਂ ਬਾਅਦ ਫਿਰ ਸਲਦੀ ਦਾ ਹਮਲਾ 1299, ਕੁਤਲੁਗ ਦਾ ਖਵਾਜਾ ਹਮਲਾ 1299 ਔਰ ਤਰਗੀ ਦਾ ਹਮਲਾ ਜਿਹੜਾ 1303 ਦੇ ਵਿੱਚ ਹੋਇਆ ਸੀ। ਕੁਐਸਚਨ ਨੰਬਰ 61 ਹੈ ਜੀ, ਦੱਖਣੀ ਭਾਰਤ 'ਤੇ ਹਮਲਾ ਕਰਨ ਵਾਲਾ ਪਹਿਲਾ ਮੁਸਲਿਮ ਸ਼ਾਸਕ ਸੀ? ਆਪਸ਼ਨ ਹੈ ਜੀ ਅਲਾਉਦੀਨ ਖਿਲਜੀ, ਬੀ ਹੈ ਬਲਬਨ, ਸੀ ਹੈ ਫਿਰੋਜ਼ ਸ਼ਾਹ ਤੁਗਲਕ, ਡੀ ਹੈ ਜੀ ਮੁਹੰਮਦ ਬਿਨ ਤੁਗਲਕ। ਆਨਸਰ ਹੈ ਜੀ ਆਪਸ਼ਨ ਏ ਅਲਾਉਦੀਨ ਖਿਲਜੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ 16, ਦਾਸਾਂ ਦਾ ਸਰਪ੍ਰਸਤ ਕਿਸ ਨੂੰ ਕਿਹਾ ਜਾਂਦਾ ਹੈ? ਆਪਸ਼ਨ ਹੈ ਜੀ ਅਲਾਉਦੀਨ ਖਿਲਜੀ, ਬੀ ਹੈ ਜੀ ਇਲਤੁਤਮਿਸ਼, ਸੀ ਹੈ ਕੁਤਬੁੱਦੀਨ ਐਬਕ, ਡੀ ਹੈ ਜੀ ਫਿਰੋਜ਼ ਸ਼ਾਹ ਤੁਗਲਕ ਜੀ। ਆਨਸਰ ਹੈ ਜੀ ਆਪਸ਼ਨ ਡੀ, ਫਿਰੋਜ਼ ਸ਼ਾਹ ਤੁਗਲਕ ਨੂੰ ਜਿਹੜਾ ਹੈ ਦਾਸਾਂ ਦਾ ਸਰਪ੍ਰਸਤ ਕਿਹਾ ਜਾਂਦਾ ਜੀ, ਕਿਉਂਕਿ ਦਾਸਾਂ ਦੇ ਪ੍ਰਤੀ ਕਾਫੀ ਹਮਦਰਦੀ ਸੀ ਔਰ ਉਹਦੇ ਸਮੇਂ ਵਿੱਚ ਸਭ ਤੋਂ ਵੱਧ ਜਿਹੜੇ ਦਾਸ ਸੀ ਜੀ 1.80 ਲੱਖ ਜੀ। ਕੁਐਸਚਨ ਨੰਬਰ 63 ਹੈ ਜੀ, ਕਿਸ ਦੇ ਸਮੇਂ ਅਵਧ ਦਾ ਪਿਰਥੂ ਵਿਦਰੋਹ ਹੋਇਆ ਜੀ? ਆਪਸ਼ਨ ਹੈ ਜੀ ਬਲਬਨ, ਬੀ ਹੈ ਜੀ ਜਲਾਲੂਦੀਨ, ਸੀ ਹੈ ਜੀ ਇਲਤੁਤਮਿਸ਼, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਆਨਸਰ ਹੈ ਜੀ ਆਪਸ਼ਨ ਸੀ, ਇਲਤੁਤਮਿਸ਼ ਦੇ ਸਮੇਂ ਜਿਹੜਾ ਹੈ ਅਵਧ ਦਾ ਪਿਰਥੂ ਵਿਦਰੋਹ ਜਿਹੜਾ ਹੈ ਰਿਵੋਲਟ ਹੈ ਹੋਇਆ ਸੀ। ਕੁਐਸਚਨ ਨੰਬਰ 64 ਹੈ ਜੀ, ਗੁਲਾਮ ਵੰਸ਼ ਦਾ ਆਖਰੀ ਸ਼ਾਸਕ ਸੀ? ਆਪਸ਼ਨ ਹੈ ਜੀ ਆਰਾਮ ਸ਼ਾਹ, ਬੀ ਹੈ ਜੀ ਸ਼ਮਸ਼ੁੱਦੀ ਕਯੂਸਰਮ, ਸੀ ਹੈ ਜੀ ਮੁਬਾਰਕ ਸ਼ਾਹ, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਆਨਸਰ ਹੈ ਜੀ ਆਪਸ਼ਨ ਬੀ, ਗੁਲਾਮ ਵੰਸ਼ ਦਾ ਜਿਹੜਾ ਅੰਤਮ ਆਖਰੀ ਸ਼ਾਸਕ ਸੀ ਉਹ ਸੀ ਜੀ ਸ਼ਮਸ਼ੁੱਦੀ ਕਯੂਸਰਮ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ 65, ਵਿਸ਼ਵਾਸਘਾਤ ਵਿੱਚ ਉਸ ਦਾ ਆਰੰਭ ਹੋਇਆ, ਦਾਨਸ਼ੀਲਤਾ ਤੇ ਉਹ ਵਿਕਸਿਤ ਹੋਇਆ ਤੇ ਆਤੰਕ ਵਿੱਚ ਉਸ ਦਾ ਅੰਤ ਹੋਇਆ। ਇਹ ਕਥਨ ਸੰਬੰਧਿਤ ਹੈ। ਆਪਸ਼ਨ ਹੈ ਜੀ ਜਲਾਲੂਦੀਨ ਖਿਲਜੀ ਨਾਲ, ਬੀ ਹੈ ਜੀ ਅਲਾਉਦੀਨ ਖਿਲਜੀ ਨਾਲ, ਸੀ ਹੈ ਜੀ ਸਿਕੰਦਰ ਲੋਧੀ, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਆਨਸਰ ਹੈ ਜੀ ਆਪਸ਼ਨ ਬੀ, ਅਲਾਉਦੀਨ ਖਿਲਜੀ ਦੇ ਨਾਲ ਜਿਹੜਾ ਇਹ ਕਥਨ ਹੈ ਉਹ ਸੰਬੰਧਿਤ ਹੈ ਜੀ। ਉਸਨੇ ਜਿਹੜਾ ਆਰੰਭ ਕੀਤਾ ਸੀ ਆਪਣਾ, ਆਪਾਂ ਨੂੰ ਪਤਾ, ਆਪਾਂ ਜਿਹੜਾ ਹੈ ਪੜ੍ਹ ਚੁੱਕੇ ਹਾਂ ਜੀ, ਉਸਨੇ ਜਿਹੜਾ ਵਿਸ਼ਵਾਸਘਾਤ ਕਰਕੇ ਜਲਾਲੂਦੀਨ ਖਿਲਜੀ ਦਾ ਕਤਲ ਕਰਕੇ 1296 ਦੇ ਵਿੱਚ ਗੱਦੀ ਜਿਹੜੀ ਹਾਸਲ ਕੀਤੀ ਸੀ ਜੀ। ਕੁਐਸਚਨ ਨੰਬਰ 66 ਹੈ ਜੀ, ਖੇਤੀ ਦੇ ਵਿਕਾਸ ਲਈ ਦੀਵਾਨ ਏ ਕੋਹੀ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ? ਆਪਸ਼ਨ ਹੈ ਜੀ ਫਿਰੋਜ਼ ਤੁਗਲਕ, ਬੀ ਹੈ ਜੀ ਮੁਹੰਮਦ ਬਿਨ ਤੁਗਲਕ, ਸੀ ਹੈ ਜੀ ਸ਼ੇਰ ਸ਼ਾਹ ਸੂਰੀ, ਡੀ ਹੈ ਜੀ ਇਬਰਾਹਿਮ ਲੋਧੀ। ਆਨਸਰ ਆਏਗਾ ਜੀ ਆਪਸ਼ਨ ਬੀ, ਖੇਤੀਬਾੜੀ ਦੇ ਵਿਕਾਸ ਦੇ ਲਈ ਜਿਹੜਾ ਹੈ ਦੀਵਾਨ ਏ ਕੋਹੀ ਵਿਭਾਗ ਬਣਾਇਆ ਸੀ ਮੁਹੰਮਦ ਬਿਨ ਤੁਗਲਕ। ਕੁਐਸਚਨ ਨੰਬਰ 67 ਹੈ ਜੀ, ਮੰਗੋਲ ਹਮਲਿਆਂ ਤੋਂ ਬਚਣ ਲਈ ਅਲਾਉਦੀਨ ਖਿਲਜੀ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ? ਆਪਸ਼ਨ ਹੈ ਜੀ ਦੇਵਗਿਰੀ, ਬੀ ਹੈ ਜੀ ਦੌਲਤਾਬਾਦ, ਸੀ ਹੈ ਜੀ ਸੀਰੀ, ਡੀ ਹੈ ਜੀ ਫਿਰੋਜ਼ਾਬਾਦ। ਆਨਸਰ ਹੈ ਜੀ ਆਪਸ਼ਨ ਸੀ, ਸੀਰੀ ਨੂੰ ਜਿਹੜਾ ਉਸਨੇ ਆਪਣੀ ਰਾਜਧਾਨੀ ਬਣਾਇਆ ਸੀ ਮੰਗੋਲ ਹਮਲਿਆਂ ਤੋਂ ਬਚਣ ਲਈ। ਜੇਕਰ ਪੁੱਛਿਆ ਜਾਏ ਕਿ ਕਦੋਂ ਬਣਾਇਆ ਸੀ ਤਾਂ 1304 ਈਸਵੀ ਦੇ ਵਿੱਚ। ਕੁਐਸਚਨ ਨੰਬਰ 68 ਹੈ ਜੀ, ਸ਼ਸ਼ਗਾਨ ਅਰਦਾ ਅਤੇ ਬਿਖ ਨਾਮੀ ਸਿੱਕੇ ਕਿਸ ਨੇ ਚਲਾਏ ਸਨ? ਆਪਸ਼ਨ ਹੈ ਜੀ ਮੁਹੰਮਦ ਬਿਨ ਤੁਗਲਕ, ਬੀ ਹੈ ਜੀ ਅਲਾਉਦੀਨ ਖਿਲਜੀ, ਸੀ ਹੈ ਫਿਰੋਜ਼ ਤੁਗਲਕ, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਆਨਸਰ ਹੈ ਜੀ ਆਪਸ਼ਨ ਸੀ, ਫਿਰੋਜ਼ ਤੁਗਲਕ ਨੇ ਜਿਹੜੇ ਇਹ ਸਿੱਕੇ ਚਲਾਏ ਸੀ ਜੀ, ਸ਼ਸ਼ਗਾਨ ਅਰਦਾ ਅਤੇ ਬਿਖ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 69, ਸਿਕੰਦਰ ਲੋਧੀ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਆਗਰਾ ਕਦੋਂ ਸਥਾਨਾਂਤਰ ਕੀਤੀ? ਆਪਸ਼ਨ ਹੈ ਜੀ 1504, ਬੀ ਹੈ ਜੀ 1507, ਸੀ ਹੈ ਜੀ 1506, ਡੀ ਹੈ ਜੀ 1509 ਜੀ। ਆਨਸਰ ਹੈ ਜੀ ਆਪਸ਼ਨ ਸੀ, 1506 ਈਸਵੀ ਦੇ ਵਿੱਚ ਸਿਕੰਦਰ ਲੋਧੀ ਨੇ ਰਾਜਧਾਨੀ ਜਿਹੜੀ ਆਪਣੀ ਦਿੱਲੀ ਤੋਂ ਆਗਰਾ ਬਣਾਈ ਸੀ ਜੀ। ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਕਿ ਸਿਕੰਦਰ ਲੋਧੀ ਨੇ ਦਿੱਲੀ ਦੀ ਥਾਂ 'ਤੇ ਕਿਸ ਨੂੰ ਆਪਣੀ ਰਾਜਧਾਨੀ ਬਣਾਇਆ? ਆਗਰਾ। ਕੁਐਸਚਨ ਨੰਬਰ 70 ਹੈ ਜੀ, ਮੁਹੰਮਦ ਬਿਨ ਤੁਗਲਕ ਦੀ ਮੌਤ ਕਿਸ ਵਿਦਰੋਹ ਨੂੰ ਦਬਾਉਣ ਦੌਰਾਨ ਹੋਈ ਸੀ? ਆਪਸ਼ਨ ਹੈ ਜੀ ਸਿੰਧ ਦੇ, ਬੀ ਹੈ ਜੀ ਦਿੱਲੀ ਦੇ, ਸੀ ਹੈ ਆਗਰਾ ਦੇ, ਡੀ ਹੈ ਜੀ ਦੇਵਗਿਰੀ ਦੇ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਏ ਜੀ, ਸਿੰਧ ਦੇ ਵਿਦਰੋਹ ਨੂੰ ਦਬਾਉਣ ਦੇ ਲਈ ਜਿਹੜਾ ਹੈ ਦਬਾਉਣ ਦੇ ਦੌਰਾਨ ਜਿਹੜਾ ਹੈ 1351 ਈਸਵੀ ਦੇ ਵਿੱਚ ਮੁਹੰਮਦ ਬਿਨ ਤੁਗਲਕ ਦੀ ਮੌਤ ਹੋਈ ਸੀ ਜੀ।
ਸੋ ਇਹ ਸੀ ਜੀ ਅੱਜ ਦੇ ਆਪਣੇ ਟੌਪਿਕ ਦੇ ਨਾਲ ਰਿਲੇਟਡ 70 ਕੁਐਸਚਨ। ਉਮੀਦ ਹੈ ਕਿ ਸਾਰੇ ਕੁਐਸਚਨ ਜਿਹੜੇ ਨੇ ਆਪਣਾ ਟੌਪਿਕ ਇਹ ਕੰਪਲੀਟ ਹੋ ਗਿਆ ਹੋਊਗਾ। ਸੋ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਸਬਸਕ੍ਰਾਈਬ ਕਰਨ ਨਾਲ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਮਿਲਦਾ ਰਹੂਗਾ। ਸੋ ਥੈਂਕ ਯੂ ਫॉर ਵਾਚਿੰਗ द ਵੀਡੀਓ।